ਹੈਲੋ एवरीवन ਗਿਲਸ ਮੈਂਟੋਰ ਈ-ਲਰਨਿੰਗ ਪਲੇਟਫਾਰਮ ਤੁਹਾਡਾ ਸਵਾਗਤ ਹੈ। ਅੱਜ ਆਪਾਂ ਤੁਹਾਡੇ ਸਾਹਮਣੇ ਮੌਕ ਨੰਬਰ ਆਪਾਂ ਕਿੰਨਵਾਂ ਦੇਖ ਰਹੇ ਹਾਂ। ਆਪਾਂ 14ਵਾਂ ਮੌਕ ਦੇਖ ਰਹੇ ਹਾਂ। ਦੈਨ ਆਪਾਂ ਇਸੇ ਤਰੀਕੇ ਨਾਲ ਪ੍ਰੈਕਟਿਸ ਕਰ ਰਹੇ ਹਾਂ। ਜਿਹੜੇ ਬੱਚੇ ਪ੍ਰੈਕਟਿਸ ਨਹੀਂ ਕਰ ਰਹੇ ਤਾਂ ਤੁਸੀਂ ਬਿਲਕੁਲ ਧਿਆਨ 'ਚ ਰੱਖਿਓ ਕਿ ਅਸੀਂ ਪਿਛਲੇ ਕੁਝ 20 ਦਿਨਾਂ ਤੋਂ ਹੀ ਪ੍ਰੈਕਟਿਸ ਸਟਾਰਟ ਕੀਤੀ ਹੈ। ਤਾਂ ਇਸ ਦਾ ਜਿਹੜੀ ਮਿਸ ਕੀਤੇ ਹੈ ਟੈਸਟ ਸੀਰੀਜ਼ ਯਾਨੀ ਕਿ ਜਿਹੜੇ ਮੌਕਸ ਤੁਹਾਨੇ ਮਿਸ ਕੀਤੇ ਨੇ ਉਹ ਤੁਹਾਨੂੰ ਪਲੇਲਿਸਟ 'ਚੋਂ ਮਿਲ ਜਾਣਗੇ। ਇਹਦੀ YouTube ਦੀ ਪਲੇਲਿਸਟ ਹੈ ਆਪਣੀ ਡਨ ਜੀ, ਜਿਸ ਵਿੱਚ ਨਾਮ ਹੈ PPSC ਟੈਸਟ ਸੀਰੀਜ਼। ਉਸ ਵਿੱਚ ਤੁਸੀਂ ਜਿਹੜੇ ਲੇਟੈਸਟ ਦੇਖੋਗੇ ਉਹ ਅਸੀਂ ਟੈਸਟ ਸੀਰੀਜ਼ ਇਨਕਲੂਡ ਕੀਤੀ ਹੈ। ਤੁਸੀਂ ਜਾ ਕੇ ਸਾਰੇ ਟੈਸਟ ਦੇਖ ਸਕਦੇ ਹੋ। PPSC ਟੈਸਟ ਡਿਸਕਸ਼ਨ ਦਾ ਕੀ ਮਤਲਬ ਹੋ ਗਿਆ ਕਿ ਅਸੀਂ ਉਹ ਟੈਸਟ ਡਿਸਕਸ ਕਰਾਂਗੇ। ਪਹਿਲੇ ਤੁਹਾਡੇ ਤੋਂ ਕੁਐਸਚਨ ਪੁੱਛਾਂਗੇ, ਫਿਰ ਆਨਸਰ ਦੇਵਾਂਗਾ, ਦੱਸਾਂਗਾ ਕਿ ਕੁਐਸਚਨ ਤੁਸੀਂ ਕਿਸ ਤਰ੍ਹਾਂ ਅਟੈਂਪਟ ਕਰਨਾ ਹੈ। ਡਨ ਓਕੇ। ਸੋ ਸ਼ੁਰੂਆਤ ਕਰਦੇ ਹਾਂ। ਪੰਜਾਬ ਪੁਲਿਸ ਦਾ ਬੈਚ ਆਲਰੇਡੀ ਸਟਾਰਟ ਹੋ ਚੁੱਕਾ ਹੈ। ਇਸ ਦੀਆਂ 10,000 ਭਰਤੀਆਂ ਆਉਣ ਵਾਲੀਆਂ। ਡਨ ਇਸ ਦਾ ਪ੍ਰੋਪਰ ਤਿਆਰੀ ਸ਼ੁਰੂ ਕਰ ਦਿਓ। ਇਹ ਮੌਕਾ ਦੁਆਰ ਬਾਰ-ਬਾਰ ਨਹੀਂ ਆਉਂਦਾ। 1 ਅਪ੍ਰੈਲ ਤੋਂ ਅਸੀਂ ਬੈਚ ਸਟਾਰਟ ਕਰ ਚੁੱਕੇ ਹਾਂ। ਹਾਲੇ ਕੁਛ ਹੀ ਆਪਣੇ ਕਲਾਸਿਸ ਸਟਾਰਟ ਕੀਤੀਆਂ ਨੇ। ਰੋਜ਼ 7 ਵਜੇ 8 ਵਜੇ ਤੇ 9 ਵਜੇ ਵਾਲੀ ਕਲਾਸ ਹੁੰਦੀ ਹੈ। ਤੁਸੀਂ ਦੇਖ ਸਕਦੇ ਹੋ 7 ਵਜੇ ਵਾਲੀ ਕਲਾਸ ਲਾਈਵ ਐਪ ਤੇ ਹੁੰਦੀ ਹੈ। ਬਾਕੀ ਡੈਮੋ ਕਲਾਸਿਸ ਪ੍ਰੋਵਾਈਡ ਕਰ ਰਹੇ ਹਾਂ। ਜਿਹੜੇ ਬੱਚੇ ਨੇ ਹਲੇ ਤੱਕ ਜੁਆਇਨ ਨਹੀਂ ਕੀਤਾ ਉਹ ਜੁਆਇਨ ਕਰ ਸਕਦੇ ਨੇ। ਕਰਨਾ ਕੀ ਹੈ, ਐਪ ਡਾਊਨਲੋਡ ਕਰ ਲਓ। ਸਾਡੀ ਗਿਲਸ ਮੈਂਟੋਰ ਦੇ ਨਾਮ ਦੀ ਐਪ ਹੈ। ਉਹਦੀ ਸਟੋਰ ਆਪਸ਼ਨ ਵਿੱਚ ਜਾ ਕੇ ਤੁਸੀਂ ਈਜ਼ੀਲੀ ਲੈ ਸਕਦੇ ਹੋ। ਦੈਨ ਉਸ ਤੋਂ ਇਲਾਵਾ ਐਕਸਾਈਜ਼ ਦੀ ਵੀ ਆਪਣੀ ਆਲਰੇਡੀ ਪੋਸਟ ਆਊਟ ਹੋਣ ਵਾਲੀਆਂ 176 ਪੋਸਟਾਂ। ਇਹਦੀ ਸਪੈਸ਼ਲ ਤਿਆਰੀ ਦੀ ਲੋੜ ਪੈਂਦੀ ਹੈ। 1999 ਦਾ ਬੈਚ ਹੈ। ਪ੍ਰੋਪਰ ਤੁਹਾਨੂੰ ਐਪ 'ਚ ਦੇਖਣ ਨੂੰ ਮਿਲੇਗਾ। ਗਿਲਸ ਮੈਂਟੋਰ ਐਪ ਜਾ ਕੇ ਤੁਸੀਂ ਲੈ ਸਕਦੇ ਹੋ। ਉਸ ਤੋਂ ਇਲਾਵਾ ਕੋਆਪਰੇਟਿਵ ਕਲਰਕ ਦੀਆਂ ਬਹੁਤ ਅੱਛੀ ਖਾਸੀ 738 ਪੋਸਟਸ ਤੁਹਾਨੂੰ ਦੇਖਣ ਨੂੰ ਮਿਲ ਰਹੀਆਂ। ਡਨ ਕਲਰਕ ਡਾਟਾ ਆਪਰੇਟਰ ਦੀ ਜਿਹੜੀਆਂ ਪੋਸਟਸ ਹੈ ਬਹੁਤ ਸਿੰਗਲ ਐਗਜ਼ਾਮ ਹੋਣਾ ਤੁਹਾਡਾ, ਤਾਂ ਤੁਸੀਂ ਇਸ ਲਈ ਈਜ਼ੀਲੀ ਬੈਸਟ ਓਪਰਚੁਨਿਟੀ ਹੈ। ਇਸਦੀ ਤਿਆਰੀ ਕਰੋ। 1999 ਦਾ ਬੈਚ ਹੈ। ਇਸ ਵਿੱਚ ਪ੍ਰੋਪਰ ਬੈਂਕਿੰਗ ਅਵੇਅਰਨੈਸ ਹੋ ਗਈ, ਸਾਰੀ ਚੀਜ਼ਾਂ ਇਸ ਵਿੱਚ ਕਵਰ ਹੈ, ਤੁਸੀਂ ਦੇਖ ਸਕਦੇ ਹੋ। ਡਨ ਜੀ। ਚਲੋ ਉਸ ਤੋਂ ਇਲਾਵਾ ਅੱਗੇ ਦੇਖੋ ਜੀਕੇ ਮਾਹ ਪੈਕ। ਇਸਦੀ ਆਪਾਂ ਟੈਸਟ ਸੀਰੀਜ਼ ਆਲਰੇਡੀ ਸਟਾਰਟ ਕੀਤੀ ਹੋਈ ਹੈ। ਡਨ ਇਹ ਜੀਕੇ ਮਾਹ ਪੈਕ ਕੀ ਹੈ ਕਿ ਤੁਹਾਡੀਆਂ ਸਾਰੀਆਂ ਪ੍ਰੋਬਲਮ ਨੂੰ ਹੱਲ ਕਰ ਦੇਗਾ। ਸਬਜੈਕਟਿਵ ਵਾਈਜ਼ ਟੈਸਟ ਸੀਰੀਜ਼ ਹੈ। ਠੀਕ ਹੈ। ਜੀਕੇ ਦੇ ਸਾਰੇ ਟੌਪਿਕਸ ਨੂੰ ਅਸੀਂ ਕਵਰ ਕਰ ਰਹੇ ਹਾਂ। ਜੇ ਤੁਹਾਨੂੰ ਕੋਈ ਵੀ ਪ੍ਰੋਬਲਮ ਆਵੇ ਇਸ ਪੈਕ ਨੂੰ ਲੈਣ ਵਿੱਚ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ। ਮਗਰ ਤੁਹਾਨੂੰ ਪ੍ਰੋਬਲਮ ਨਹੀਂ ਆਵੇਗੀ, ਐਪ 'ਚ ਜਾ ਕੇ ਸਟੋਰ ਆਪਸ਼ਨ 'ਚ ਜਾਇਓ, ਉਹਦੇ ਤੁਸੀਂ ਲੈ ਸਕਦੇ ਹੋ। ਇਹਦਾ ਪ੍ਰਾਈਸ ਵੀ ਬਹੁਤ ਘੱਟ ਹੈ, 300 ਰੁਪਏ ਪ੍ਰਾਈਸ ਰੱਖਿਆ ਹੈ। ਤਾਂ ਤੁਸੀਂ ਇਹ ਆਪਣੀ ਨਾਇਬ ਤਹਿਸੀਲਦਾਰ ਦੀ ਤੇ ਕੋਆਪਰੇਟਿਵ ਇੰਸਪੈਕਟਰ ਦੀ ਤਿਆਰੀ ਕਰ ਸਕਦੇ ਹੋ। ਸੋ ਪਹਿਲਾ ਕੁਐਸਚਨ ਧਿਆਨ ਨਾਲ ਪੜੋ। ਡਨ। ਪਹਿਲਾ ਕੁਐਸਚਨ ਕਹਿਣਾ ਚਾਹ ਰਿਹਾ ਜੁਡੀਸ਼ੀਅਲ ਰਿਵਿਊ ਬਾਰੇ। ਕਿਸ ਬਾਰੇ? ਜੁਡੀਸ਼ੀਅਲ ਰਿਵਿਊ ਬਾਰੇ। ਡਨ। ਸਟੇਟਮੈਂਟਸ ਕਿਹਦੇ ਨਾਲ ਰਿਲੇਟਡ ਹੈ? ਜੁਡੀਸ਼ੀਅਲ ਰਿਵਿਊ ਬਾਰੇ। ਪਹਿਲਾਂ ਕਹਿੰਦੇ ਜਿਹੜਾ ਇਹ ਕਨਸੈਪਟ ਹੈ ਜੁਡੀਸ਼ੀਅਲ ਰਿਵਿਊ ਕਰਨ ਦਾ, ਇਹ ਸਭ ਤੋਂ ਪਹਿਲਾਂ ਕਦੋਂ ਭਾਰਤ 'ਚ ਇੰਟਰੋਡਿਊਸ ਹੋਇਆ ਸੀ? ਇੱਕ ਕੇਸ ਸੀ ਬੜਾ ਮਸ਼ਹੂਰ, ਕਿਹੜਾ ਸੀ? ਕੇਸ਼ਵ ਨੰਦਾ ਭਾਰਤੀ ਕੇਸ। ਉਸ ਦੌਰਾਨ ਇਸ ਵਰਡ ਦਾ, ਇਸ ਟਰਮ ਦਾ, ਇਸ ਕਨਸੈਪਟ ਦਾ ਸਭ ਤੋਂ ਪਹਿਲੇ ਨਿਕਲ ਕੇ ਸਾਹਮਣੇ ਆਇਆ ਸੀ। ਕਿਆ ਇਹ ਸਟੇਟਮੈਂਟ ਠੀਕ ਹੈ? ਦੂਜਾ ਕਹਿੰਦੇ ਜੁਡੀਸ਼ੀਅਲ ਰਿਵਿਊ ਫੇਸ ਜਿਹੜਾ ਜੇ ਆਪਾਂ ਗੱਲ ਕਰੀਏ ਕਨਸਟੀਟਿਊਸ਼ਨ ਦੇ ਮੁਤਾਬਿਕ ਦੇਖੀਏ ਤਾਂ ਕਨਸਟੀਟਿਊਸ਼ਨ 'ਚ ਬਿਲਕੁਲ ਵੀ ਮੈਂਸ਼ਨ ਨਹੀਂ ਹੈ। ਕਿਆ ਇਹ ਵਾਕਈ ਸਟੇਟਮੈਂਟ ਠੀਕ ਹੈ ਕਿ ਸੰਵਿਧਾਨ ਵਿੱਚ, ਸਾਡੇ ਭਾਰਤ ਦੇ ਸੰਵਿਧਾਨ ਵਿੱਚ ਜੁਡੀਸ਼ੀਅਲ ਰਿਵਿਊ ਬਾਰੇ ਕੋਈ ਗੱਲ ਨਹੀਂ ਕੀਤੀ ਗਈ ਹੈ? ਇਹ ਤੁਸੀਂ ਮੈਨੂੰ ਦੱਸਣਾ ਹੈ। ਦੋਨੋਂ ਸਟੇਟਮੈਂਟ ਧਿਆਨ ਨਾਲ ਪੜੋ, ਮੈਨੂੰ ਦੱਸੋ ਕਿਹੜੀ ਕਰੈਕਟ ਹੈ। ਫਸਟ ਠੀਕ ਹੈ, ਸੈਕੰਡ ਠੀਕ ਹੈ, ਬੋਥ 1 and 2, ਨਾਈਦਰ 1 and 2। ਜਲਦੀ ਦੱਸੋ। ਇਹਦਾ ਆਨਸਰ ਆ ਜਾਏਗਾ ਆਪਣਾ ਬੀ ਆਪਸ਼ਨ। ਠੀਕ ਹੈ ਜੀ। ਓਕੇ, ਬੀ ਆਪਸ਼ਨ। ਜੇ ਮੈਂ ਦੇਖਣਾ ਚਾਹਾਂ ਕਿਉਂ, ਮੈਂ ਤੁਹਾਨੂੰ ਦੱਸ ਦਿੰਦਾ ਪਹਿਲੀ ਸਟੇਟਮੈਂਟ ਕਿਉਂ ਗਲਤ ਹੈ। ਜੁਡੀਸ਼ੀਅਲ ਰਿਵਿਊ ਵਾਲਾ ਜਿਹੜਾ ਕਨਸੈਪਟ ਹੈ, ਜੇ ਮੈਂ ਦੇਖਣਾ ਚਾਹਾਂ ਜਦ ਦਾ ਕਨਸਟੀਟਿਊਸ਼ਨ ਬਣਿਆ ਤਦ ਦਾ ਹੀ ਸਾਨੂੰ ਦੇਖਣ ਨੂੰ ਮਿਲਦਾ ਹੈ। ਐਸਾ ਨਹੀਂ ਹੈ ਬਿਲਕੁਲ ਵੀ। ਠੀਕ ਹੈ ਜੀ। ਜਦ ਦਾ ਕਨਸਟੀਟਿਊਸ਼ਨ ਮਿਲਿਆ ਉਸ ਵਿੱਚ ਸਾਨੂੰ ਸਾਫ਼ ਦੇਖਣ ਨੂੰ ਮਿਲਦਾ ਹੈ। ਜੁਡੀਸ਼ੀਅਲ ਰਿਵਿਊ ਦਾ ਪਹਿਲੇ ਤਾਂ ਇਹ ਮਤਲਬ ਪਤਾ ਹੋਣਾ ਚਾਹੀਦਾ, ਕਿਉਂਕਿ ਇਸ ਵਿੱਚ ਸੁਪਰੀਮ ਕੋਰਟ, ਹਾਈ ਕੋਰਟ ਕੋਲੇ ਪਾਵਰ ਹੁੰਦੀ ਹੈ। ਉਹ ਕਿਸੇ ਵੀ ਲਾਅ ਨੂੰ, ਠੀਕ ਹੈ, ਕਿਸੇ ਵੀ ਕਿ ਜੇ ਮੈਂ ਗੱਲ ਆਖਾਂ ਐਗਜ਼ੀਕਿਊਟਿਵ ਪਾਰਟ ਨੂੰ, ਜੇ ਮੈਂ ਸਮਝਣ ਦੀ ਕੋਸ਼ਿਸ਼ ਕਰੋ, ਜਿਹੜਾ ਕੈਬਨਿਟ ਵੱਲੋਂ ਲਿੱਤੇ ਹੋਏ ਫੈਸਲੇ ਹੁੰਦੇ ਨੇ ਤੇ ਉਹਨਾਂ ਨੂੰ ਕਾਨੂੰਨ, ਪਾਰਲੀਮੈਂਟ 'ਚ ਜਿਹੜੇ ਕਾਨੂੰਨ ਬਣਦੇ ਨੇ ਉਹਨਾਂ ਉੱਪਰ ਰਿਵਿਊ ਕਰ ਸਕਦੀ ਹੈ। ਉਹ ਦੇਖ ਸਕਦੀ ਹੈ ਕਿ ਕਿਆ ਉਹ ਵਾਕਈ ਸਾਡੇ ਫੰਡਾਮੈਂਟਲ ਰਾਈਟਸ ਨਾਲ ਮੈਚ ਕਰ ਰਹੇ ਨੇ, ਕਿਆ ਉਹ ਵਾਕਈ ਇੱਕ ਹਿਊਮਨ ਜਸਟਿਸ ਪ੍ਰੋਵਾਈਡ ਕਰ ਰਹੇ ਨੇ। ਬਹੁਤ ਸਾਰੀਆਂ ਪ੍ਰੋਵੀਜ਼ਨਸ ਹੁੰਦੀਆਂ, ਉਹਨਾਂ ਨਾਲ ਮੈਚ ਕਰਨ ਦਾ ਕੰਮ ਸੁਪਰੀਮ ਕੋਰਟ ਤੇ ਹਾਈ ਕੋਰਟ ਦਾ ਹੁੰਦਾ। ਉਹ ਜਾਣ ਪਾਉਂਦੇ ਨੇ ਕਿਆ ਉਹ ਕਨਸਟੀਟਿਊਸ਼ਨ ਨੂੰ ਬਿਲਕੁਲ ਨਾ ਡਿਸਰਿਗਾਰਡ ਤਾਂ ਨਹੀਂ ਕਰ ਰਿਹਾ ਇਹ ਕਾਨੂੰਨ। ਜਿਵੇਂ ਕਈ ਐਸੇ ਕਾਨੂੰਨ ਹੈ ਜਿਸ ਨੂੰ ਲੈ ਕੇ ਬੜੀ ਪ੍ਰੋਬਲਮ ਉੱਠੀ ਸੀ। ਜਿਵੇਂ ਇੱਕ ਕੋਲੀਜੀਅਮ ਸਿਸਟਮ ਨੂੰ ਲੈ ਕੇ ਨਵਾਂ ਕਾਨੂੰਨ ਆਇਆ ਸੀ 2014 ਵਿੱਚ, ਆਈ ਥਿੰਕ 2015 ਵਿੱਚ। ਉਸ ਨੂੰ ਲੈ ਕੇ ਕਾਨੂੰਨ ਨੂੰ ਸੁਪਰੀਮ ਕੋਰਟ ਨੇ ਰਿਵਿਊ ਕੀਤਾ, ਉਹਨੂੰ ਦੇਖ ਕੇ ਉਹਨੂੰ ਨਲੀਫਾਈ ਕਰ ਦਿੱਤਾ। ਉਹਨੂੰ ਕਹਿ ਦਿੱਤਾ ਕਿ ਇਹ ਕਾਨੂੰਨ ਅੱਜ ਤੋਂ ਬਾਅਦ ਲਾਗੂ ਨਹੀਂ ਹੋਏਗਾ। ਡਨ। ਤਾਂ ਉਸ ਤੋਂ ਬਾਅਦ ਪਾਰਲੀਮੈਂਟ ਨੂੰ ਉਸ ਚੀਜ਼ ਨੂੰ ਮੰਨਣਾ ਪਿਆ, ਤਾਂ ਉਸ ਚੀਜ਼ ਤੋਂ ਬਾਅਦ ਇਸ ਨੂੰ ਖਤਮ ਕਰਨਾ ਪਿਆ। ਇਸੇ ਤਰੀਕੇ ਨਾਲ ਇਹ ਜਿਹੜਾ ਜੁਡੀਸ਼ੀਅਲ ਰਿਵਿਊ ਹੈ, ਸੁਪਰੀਮ ਕੋਰਟ ਤੇ ਹਾਈ ਕੋਰਟ ਕੋਲ ਇਹ ਪਾਵਰ ਹੈ ਕਿ ਇਹਦਾ ਯੂਜ਼ ਕਰਕੇ ਉਹ ਕਿ ਇੱਕ ਹਿਊਮਨ ਜਸਟਿਸ ਪ੍ਰੋਵਾਈਡ ਕਰ ਸਕਦੀ ਹੈ। ਇੱਕ ਸਟੈਬਿਲਿਟੀ, ਇੱਕ ਕਨਸਟੀਟਿਊਸ਼ਨਲ ਸਟੈਬਿਲਿਟੀ ਲਿਆਉਣੀ ਬਹੁਤ ਜ਼ਰੂਰੀ ਹੈ। ਡਨ। ਓਕੇ, ਇਸ ਨੂੰ ਧਿਆਨ ਵਿੱਚ ਰੱਖ ਸਕਦੇ ਹੋ। ਠੀਕ ਹੈ ਜੀ।
ओके इस ध्यान में रखना। इस बारे जी गल है स्पैशली तो आर्टिकल जो तुम पिछला सैशन पढ़िया उस आप 32 भी देखा कि उस जुडिशियल रिव्यू बारे कितने ना कितने गल जोड़ी हुई है, क्योंकि जो आप 32वें आर्टिकल का यूज़ करके अपने फंडामेंटल राइट्स को बचाने लिए जो आप इसका यूज़ करके सुप्रीम कोर्ट से जाने तो आप किस आधार पर जा रहे हैं, सुप्रीम कोर्ट की करेगा तुहाडे राइट का, जो कोई सरकार हनन करती है उसको रिव्यू करने का ही काम करेगा। तो यह की है एक तरह की पावर है जो आर्टिकल 32 के थ्रू आपको सुप्रीम कोर्ट में मिली हुई है। डन। तो उस तो इलावा आर्टिकल 13 देख सकते हो, आर्टिकल 13 की हो रहा है, आर्टिकल 13 भी एक चीज़ सेम है, जुडिशियल रिव्यू की गल आखी हुई है। डन। सो इसका आंसर आ जाएगा अपना सेकंड ऑप्शन बी ऑप्शन आ जाएगा। डन जी। ओके जी। इसका मतलब की हो गया कि डायरैक्टली कोई नहीं आखी हुई, मैं तुहानूं साफ जी गल दसां कि डायरैक्टली जुडिशियल रिव्यू बारे बिल्कुल भी नहीं किया हुआ, बिल्कुल स्टेटमेंट ठीक है। जे आप देखना चाहिए तो इसनूं क्वेश्चन आउंदा भारतीय केस में नहीं लिया आउंदा सी, ये तुहानूं मैं साफ दस दूँ। ठीक है, जे आप देखना चाहिए तो क्वेश्चन आउंदा भारतीय केस में नहीं आया सी, ये ऑलरेडी कॉन्स्टिट्यूशन के इनैक्टमेंट के थ्रू ही उस वक्त आप देखने को मिलता है। तो ये बिल्कुल गलत है स्टेटमेंट कि इसनूं क्वेश्चन आउंदा भारतीय केस के दौरान लिया सी, जद तक कॉन्स्टिट्यूशन बनया तद इस दे बारे गल्लां हो रही ने, मगर इसनूं कॉन्स्टिट्यूशन जे आप देखिए हाँ कॉन्स्टिट्यूशन में कोई आर्टिकल के थ्रू नहीं यूज़ किया गया, मगर हाँ असी आर्टिकल 13 ते 32 इसनूं जोड़ के देख सकते हैं। डन। उस तो इलावा अगला अपना क्वेश्चन है 7वें शेड्यूल बारे, किस दे बारे 7वें शेड्यूल बारे। 7वें शेड्यूल बारे ध्यान नाल पढ़ना आपने, ये अपने पॉलिटी का ही क्वेश्चन है। कहते जो टर्म पोलिटिकल पार्टी है 7वें शेड्यूल में जो आप समझने की कोशिश करो, कहते इस बारे पोलिटिकल पार्टी बारे जी गल्लां ने वो 7वें शेड्यूल के अंदर कीतियां हुई ने। क्या बाकी स्टेटमेंट ठीक है, तुसीं मैनूं इनकोरैक्ट दसना है इन्हां चारां स्टेटमेंट विचों किहड़ी स्टेटमेंट इनकोरैक्ट है। उस तो इलावा कहते 7वें शेड्यूल के अंदर डन तो जी सैल्फ गौरमेंट इंस्टीट्यूशन है, जी सैल्फ गौरमेंट इंस्टीट्यूशन है उसकी जी जिम्मेवारी है वो किस को है, स्टेट्स को है। क्या बाकी स्टेटमेंट ठीक है, मतलब कि जे नहीं ठीक तो इनकोरैक्ट हो सकती है, तो तुसीं मैनूं इनकोरैक्ट आंसर दसना है। कहते जो परसनल लॉस हैं रिस्पैक्ट ऑफ फैमिली मैटर्स को लैके वो कंकरेंट लिस्ट में देखने मिलते हैं। जो आप 7वें शेड्यूल पढ़ते हैं उस कि लिस्ट होंगी है, यह तुहानूं पता होना चाहिए, तां ही तुसीं दस पाओगे कि उस कंकरेंट लिस्ट होंगी है। जे होंगी है तो उन्होंने कहा है कि जी परसनल लॉस हैं फैमिली मैटर्स को लैके वो जो मतलब लॉस में लैके जी मतलब कानून बनाने की प्रक्रिया है वो कंकरेंट लिस्ट में है, जिस स्टेट भी बना सकता है तो सेंटर भी बना सकता है। क्या स्टेटमेंट ठीक है। उस तो इलावा कहते सुप्रीम कोर्ट डिटरमाइन करता है कि किहड़ा पर्टिकुलर मैटर जोड़ा मतलब किस लिस्ट में रह सकता है। डन। ओके। तो ये मतलब रेजिडरी पावर हो कि पार्लीमेंट की हो सकती है नहीं हो सकती। क्या बाकी स्टेटमेंट ठीक है। जे इनकोरैक्ट है तो दसो मैनूं चो किहड़ा इनकोरैक्ट होएगा। जल्दी दसो। देखो 7वें शेड्यूल नाल रिलेटेड जो सारा कुछ पढ़िया तो ये चारों स्टेटमेंट पढ़ते हुए मैं दसो कि इनकोरैक्ट है। क्या 7वें शेड्यूल पोलिटिकल पार्टी बारे गल की हुई है। क्या 7वें शेड्यूल से साफ किया होया जो आप अपने 3 लिस्टां पढ़ते हैं है ना, तो उस क्या साफ किया होया कि सैल्फ गौरमेंट जो इंस्टीट्यूशनस हैं वो स्टेट की जिम्मेवारी है। क्या उस परसनल लॉस रिलेटेड जो कानून बनाने की जी राइट्स हैं वो कंकरेंट लिस्ट पाए हुए हैं। क्या स्टेट तो सेंटर दोनों बना सकते हैं। या सुप्रीम कोर्ट डिटरमाइन करता है किसी पर्टिकुलर मैटर में कि वह किहड़े लिस्ट जाएगा। क्या वाकई ऐसी पावर अपने सुप्रीम कोर्ट को दी हुई है। दसो इन्हां चों किहड़ी स्टेटमेंट तुहानूं वेक लग रही है, मतलब गलत लग रही है, वो तुहानूं आंसर देना। मैनूं इसका आंसर आ जाएगा अपना जी देखिए डी, सुप्रीम कोर्ट को ऐसी कोई पावर नहीं है कि वो किस लिस्ट में उन्होंने रखे ना रखे। ईवन कि जे मैं देखा तो तुम देखोगे जी कंकरेंट लिस्ट है उस भी जे मान लो कोई ऐसा कानून है जिहदा हक स्टेट को भी है तो सेंटर को भी है। डन। किदा मन्निया जाएगा, सेंटर का मन्निया जाएगा। स्टेट भी बना लेंदा सेंटर भी बना लेंदा, मगर लागू किहड़ा होएगा, सेंटर का होएगा, क्योंकि इसकी पावर ज़्यादा हो जाती है। तो सुप्रीम कोर्ट को ऐसी कोई पावर नहीं है जो लिस्ट तय करे डिटरमाइन करे, ऐसा कुछ भी नहीं है। डन। सो इसका आंसर आ जाएगा अपना डी। बाकी सब ठीक है, सी ऑप्शन ठीक है, बी ऑप्शन ठीक है, ए ऑप्शन ठीक है। डन। सो अगला क्वेश्चन आ गया पारसी रिफॉर्म मूवमेंट। ये अपनी मॉडर्न हिस्ट्री रिलेटेड क्वेश्चन आ गया। इवें मूवमेंट्स बारे भी क्वेश्चन पूछ लिया जाता है, मूवमेंट्स बारे भी क्वेश्चन पूछ लिया जाता है। कहते किहड़ी परसनैलिटी पारसी रिफॉर्म मूवमेंट्स में जुड़ी हुई सी। 3 परसनैलिटियां के नाम है, तुसीं मैनूं दसना किहड़ी परसनैलिटी पारसी रिफॉर्म मूवमेंट में जुड़ी हुई सी। के.आर. कामा, एस.एस. बेंगोली, नारोजी फुरुदोंची, कौन कौन जुड़िया होया सी। जल्दी दसो कौन कौन जुड़िया होया सी। देखो इसका आंसर आ जाएगा, जे देखना चाहोगे इस विच आंसर देखोगे ना जो परसनैलिटी रिलेटेड नारोजी फुरुदोंची भी देखने को मिलते हैं, एस.एस. बेंगोली साहब भी देखने को मिलते हैं, के.आर. कामा, यानी कि 1, 2 एंड 3। डन। इसका आंसर आ जाएगा 3। डन। तो जे मैं देखा रिफॉर्म मूवमेंट एक अपनी रहनुमाई मजदिया सनन सभा,
ਰਹਿਨੁਮਾਈ ਮਸਜਿਦਨ ਸਭਾ ਜਿਹੜੀ ਸੀ ਦੈਨ ਇਹ ਬਣਾਈ ਗਈ ਸੀ, ਜਿਸ ਵਿੱਚ ਇਹ 1851 ਵਿੱਚ ਬਣਾਈ ਗਈ ਸੀ ਪਾਰਸੀ ਰਿਫਾਰਮ ਮੂਵਮੈਂਟ ਲਈ। ਇੱਕ ਸਭਾ ਬਣੀ ਸੀ ਜੋ ਪਾਰਸੀਆਂ ਦੇ ਲਈ ਕੰਮ ਕਰਦੀ ਸੀ। ਦੈਨ ਓਕੇ, ਇਸ ਵਿੱਚ ਤੁਹਾਨੂੰ ਵੈਲ ਐਜੂਕੇਟਿਡ ਇੰਗਲਿਸ਼ ਪਾਰਸੀਸ ਦੇਖਣ ਨੂੰ ਮਿਲਦੇ ਸੀ। ਦੈਨ ਜਿਨ੍ਹਾਂ ਦਾ ਕੰਮ ਸੀ ਕਿ ਪਾਰਸੀਸ ਦੇ ਰਾਈਟਸ ਲਈ ਕੰਮ ਕੀਤਾ ਜਾ ਸਕੇ। ਦੈਨ ਪਾਰਸੀਸ ਨੂੰ ਦੁਆਰਾ ਮਤਲਬ ਯੂਨਾਈਟ ਕੀਤਾ ਜਾ ਸਕੇ। ਇਸ ਮੂਵਮੈਂਟ ਨੂੰ, ਠੀਕ ਹੈ, ਇਸ ਮੂਵਮੈਂਟ ਨੂੰ ਅੱਗੇ ਲਿਜਾਣ ਦਾ ਕੰਮ ਨਾਰੋਜੀ, ਫਰੂਦੋਨਜੀ, ਦਾਦਾ ਭਾਈ ਨਾਰੋਜੀ, ਕੇ ਆਰ ਰਕਾਮਾ, SS ਬੰਗੋਲੀ ਸਾਹਿਬ ਨੇ ਕੀਤਾ। ਦੈਨ ਤੇ ਇਹਨਾਂ ਨੇ ਅੱਛਾ ਮੈਸੇਜ ਫੈਲਾਉਣ ਦੀ ਕੋਸ਼ਿਸ਼ ਕੀਤੀ। ਉਸ ਤੋਂ ਇਲਾਵਾ ਰਸਤ ਗੁਫਤਾਰ, ਜੇ ਮੈਂ ਗੱਲ ਕਰਾਂ ਰਸਤ ਗੁਫਤਾਰ, ਉਸ ਵਿੱਚ ਵੀ ਪਾਰਸੀਆਂ ਬਾਰੇ ਗੱਲਾਂ ਹੋਈਆਂ ਨੇ, ਪਾਰਸੀਆਂ ਬਾਰੇ ਪ੍ਰੋਪਰ ਡਿਸਕਸ ਹੋਇਆ। ਡਨ ਉਸ ਤੋਂ ਇਲਾਵਾ ਪਾਰਸੀ ਰਿਫਾਰਮ ਮੂਵਮੈਂਟ 'ਚ ਇਹ ਵੀ ਸੀ ਕਿ ਜਿਹੜੇ ਪੁਰਾਣੇ ਰਿਚੁਅਲਸ ਹੈ ਉਹਨਾਂ ਨੂੰ ਦੁਬਾਰਾ ਰੀਫਾਰਮ ਕੀਤਾ ਜਾਵੇ। ਡਨ ਜਿਸ ਵਿੱਚ ਹਿਊਮਨ ਜਸਟਿਸ ਨੂੰ, ਹਿਊਮਨ ਇੱਕ ਮਤਲਬ ਵੈਲਿਊ ਨੂੰ ਅੱਗੇ ਰੱਖਿਆ ਜਾਵੇ। ਡਨ ਓਕੇ, ਸੋ ਇਹਦਾ ਆਨਸਰ ਆ ਜਾਏਗਾ ਆਪਣਾ ਡੀ ਆਪਸ਼ਨ। ਅਗਲਾ ਕੁਐਸਚਨ ਦੇਖੋ, ਆਪਸਪਾ ਨਾਲ ਰਿਲੇਟਡ। ਤੁਹਾਨੂੰ ਪਤਾ ਹੈ ਨਾਗਾਲੈਂਡ 'ਚ ਵੀ ਕਾਫੀ ਇਸ਼ੂਸ ਉੱਠਦੇ ਰਹਿੰਦੇ ਸੀ ਆਪਸਪਾ ਨਾਲ ਰਿਲੇਟਡ। ਬਹੁਤ ਸਾਰੇ ਆਪਸਪਾ ਨੂੰ ਕਈ ਸਟੇਟ ਜਿਹੜੇ ਨਾਰਥ ਇੰਨ ਸਟੇਟ ਹੈ ਉਸ ਵਿੱਚੋਂ ਹਟਾਇਆ ਵੀ ਗਏ ਹੈ, ਤਾਂ ਉਸ ਨਾਲ ਰਿਲੇਟਡ ਕੁਐਸਚਨ ਬਣ ਜਾਂਦਾ, ਆਪਸਪਾ ਇੰਪੋਰਟੈਂਟ ਹੋ ਜਾਂਦਾ। ਤਾਂ ਇਸ ਨਾਲ ਰਿਲੇਟਡ ਕੁਐਸਚਨ ਇਹ ਹੈ ਕਿ ਪਹਿਲੀ ਸਟੇਟਮੈਂਟ ਕਹਿ ਰਹੇ ਨੇ ਇਕੱਲੇ ਸੈਂਟਰਲ ਗਵਰਨਮੈਂਟ ਕੋਲੇ ਪਾਵਰ ਹੈ ਕਿ ਉਹ ਇਹ ਮਤਲਬ ਡਿਸਕ੍ਰਾਈਬ ਕਰ ਸਕਦੀ ਹੈ ਯਾਨੀ ਕਿ ਡਿਕਲੇਅਰ ਕਰ ਸਕਦੀ ਹੈ ਕੋਈ ਵੀ ਐਸਾ ਏਰੀਆ ਜੋ ਡਿਸਟਰਬ ਹੋਵੇ। यानी कि की मतलब हो गया, जो डिस्टर्ब एरिया इसका मतलब उत्थे आपसपा एक्ट लग सकता है। डन, यानी कि किसी भी मतलब स्टेट विच या किसी भी एरिया विच आपसपा एक्ट लगाने तो पहला ये मतलब डिफाइन करना जरूरी है कि किहड़ा एरिया डिस्टर्ब है। डिस्टर्ब टर्म भी इस आपसपा एक्ट विच यूज़ किया गया। तो ये जिहड़ी पावर है डिस्टर्ब एरिया डिकलेयर करने की किस कोल कह रहे हैं, पहली स्टेटमेंट विच सेंट्रल गवर्नमेंट कोल कह रहे हैं। क्या बाकी स्टेटमेंट ठीक है, ये तुसीं मैनूं दसना है। उस तो इलावा कहते आसपा जिहड़ा सी वो होम मिनिस्ट्री वालों, जिहड़ी होम मिनिस्ट्री है सेंट्रल गवर्नमेंट की, उन्हां वालों क्रिएट किया गया ते कंट्रोल करने का काम वायलेंस जिहड़े नॉर्थ ईस्ट है उहदा भी इन्हां दे हत्थ विच है। यानी कि होम मिनिस्ट्री सारा कुछ संभालती है, आपसपा रिलेटेड जो भी गतिविधियां होंदियां। डन, क्या बाकी स्टेटमेंट ठीक है, तुसीं मैनूं दसना। फर्स्ट, सैकेंड, बोथ 1 and 2, नाइदर 1 and 2, जल्दी दसो। देखो इसका आंसर आ जाएगा डी ऑप्शन। दोनों ही स्टेटमेंट्स गलत हैं। क्यों, मैं तुहानूं दस दिना कि आसपा जिहड़ा एक्ट है ना, एक कॉन्ट्रोवर्शियल एक्ट है। ये अज दा नहीं है, ब्रिटिश के टाइम का है। ठीक है, ब्रिटिश के टाइम तो ही आप इंस्पायर होए पे हैं। पहली बार जो इनैक्ट किया गया सी, ये जो क्विट इंडिया मूवमेंट से उस वक्त ही इनैक्ट किया गया सी। 1942 का टाइम से जो महात्मा गांधी जी का जो मूवमेंट से जो लॉन्च किया गया सी, उस वक्त का ही इनैक्ट से। उस तो बाद की होया, जो इंडिपेंडेंस मिल गई सानू, है ना, इंडिपेंडेंस मिल गई, उस तो बाद कुछ नॉर्थ ईस्ट स्टेट में, कुछ दिल्ली में कोई वायलेंस देखने को मिले। ठीक है, कुछ वायलेंस देखने को मिले। तो उस वक्त इस आसपा एक्ट जो ब्रिटिश वालों लगाया जाता सी, उसनों लैके दोबारा साडे पार्लीमेंट में नेहरू जी ने दोबारा लिया, ताकि ये जिहड़े राइट्स हो रहे हैं उरे नॉर्थ ईस्ट स्टेट में, कुछ साउथ में भी हो रहे सी, तो उन्होंने रोकिया जा सके। ठीक है, एक सिर्फ नॉर्मल टैंपरेरी बेस से लिया सी। डन, बाद में परमानेंट हो गया। क्यों, क्योंकि आप अपने राइट्स नूं, अपने मतलब अंगेस्ट वाली चीज़ों को लोगों को समझा ही नहीं पाए। है ना, कई बार की हुंदा सी नॉर्थ ईस्ट स्टेट सी, ਉਹ ਮਤਲਬ ਉਹਨਾਂ ਦੇ ਏਰੀਆ ਨੂੰ ਲੈ ਕੇ ਕਿਸੇ ਨੂੰ ਡਿਸਟਰਬ ਸੀ। ਕੋਈ ਕਹਿੰਦਾ ਸੀ ਕਿ ਉਹ ਨਾਰਥ ਈਸਟ ਸਟੇਟਸ ਦਾ ਅਲੱਗ ਇੱਕ ਦੇਸ਼ ਬਣਨਾ ਚਾਹੀਦਾ ਹੈ, ਜਿਵੇਂ ਨਾਗਾਲੈਂਡ ਹੋ ਗਿਆ। ਬਹੁਤ ਸਾਰੇ ਐਸੇ ਏਰੀਆ ਸੀ ਜਿਸ ਨੂੰ ਲੈ ਕੇ ਇਹ ਸੀ ਕਿ ਸਾਡਾ ਅਲੱਗ ਸਟੇਟ ਹੋਣਾ ਚਾਹੀਦਾ ਹੈ, ਅਸੀਂ ਭਾਰਤ ਦੇ ਅੰਦਰ ਨਹੀਂ ਰਹਿਣਾ ਚਾਹੁੰਦੇ ਹਾਂ। ਫਿਰ ਉੱਥੇ ਮਤਲਬ ਵਾਇਲੈਂਸ ਕ੍ਰੀਏਟ ਹੋਇਆ। ਵਾਇਲੈਂਸ ਨੂੰ ਲੈ ਕੇ ਵੀ ਪ੍ਰੋਬਲਮਸ ਨਿਕਲ ਕੇ ਸਾਹਮਣੇ ਆਈਆਂ। ਤਾਂ ਵਾਇਲੈਂਸ ਨੂੰ ਕੰਟਰੋਲ ਕਰਨ ਲਈ ਆਪਾਂ ਆਸਪਾ ਐਕਟ ਲੈ ਕੇ ਆਏ। ਤਾਂ ਉਹਦੇ ਲਈ ਜਿੱਥੇ ਕਿਤੇ ਵਾਇਲੈਂਸ ਹੁੰਦਾ ਹੈ ਉਸ ਏਰੀਆ ਨੂੰ ਆਪਾਂ ਨੂੰ ਡਿਸਟਰਬ ਏਰੀਆ ਡਿਕਲੇਅਰ ਕਰਨਾ ਪੈਂਦਾ। ਠੀਕ ਹੈ ਜੀ, ओके। तो इस विच कल्ला सेंट्रल गवर्नमेंट को पावर नहीं है। देखो कल्ला ओन नहीं लग जाना ना, एक एक्सट्रीम पोजीशन बना देता है। तो ऐसी स्टेटमेंट हमेशा गलत हो जाती है। देखो सेंट्रल गवर्नमेंट, ठीक है, गवर्नर या उत्थे दे एडमिनिस्ट्रेटर डन को पावर है कि वो एरिया नूं डिस्टर्ब एरिया डिकलेयर किया जा सकता है। समझ के, सो ये ध्यान च रखना। दूजी गल कि ये होम मिनिस्ट्री चलाउंदी, ध्यान च रखना, ये जिन्हों जी है होम मिनिस्ट्री जी है ਉਹ ਇਹਨੂੰ ਨਹੀਂ ਚਲਾਉਂਦੀ। ਇਸ ਦੇ ਲਈ ਜਿਹੜੀ ਮਿਨਿਸਟਰੀ ਜਿਹੜੀ ਤੈਅ ਹੁੰਦੀ ਹੈ ਡਨ, ਉਹ ਹੋਮ ਮਿਨਿਸਟਰੀ ਨਹੀਂ ਹੈ। ਇਸ ਨੂੰ ਧਿਆਨ ਵਿੱਚ ਰੱਖ ਸਕਦੇ ਹੋ। ਡਨ, ਓਕੇ, ਧਿਆਨ ਵਿੱਚ ਰੱਖ ਸਕਦੇ ਹੋ। ਠੀਕ ਹੈ ਜੀ, ਓਕੇ। ਤੇ ਕਿਉਂਕਿ ਇਸ ਵਿੱਚ ਉਹਨਾਂ ਨੇ ਉਰੇ ਕਿਹਾ ਕਿ ਇੱਕ ਰੇਡ ਕੀਤਾ ਗਿਆ ਆਸਪਾ ਹੋਮ ਮਿਨਿਸਟਰੀ ਵੱਲੋਂ, ਐਸਾ ਨਹੀਂ ਹੈ, ਇਹ ਬ੍ਰਿਟਿਸ਼ ਦੇ ਟਾਈਮ ਦਾ ਹੀ ਚੱਲਦਾ ਆ ਰਿਹਾ। ਡਨ, ਓਕੇ, ਇਸ ਧਿਆਨ 'ਚ ਰੱਖਣਾ। उस तो इलावा अगर देखो मॉडर्न इससे रिलेटेड क्वेश्चन आ गया, अगस्त डिक्लेरेशन, ये बड़ा फेमस सी। दैन इस रिलेटेड दो स्टेटमेंट्स है, तो तुम मैंने दसना है। कहते कैल्मफोर्ड द वाइसरॉय ऑफ द इंडिया, उस टाइम का वाइसरॉय सी जिसने ये अगस्त डिक्लेरेशन लैके आया सी इंडियन पार्लीमेंट में। क्या बाकी स्टेटमेंट ठीक है। दूजा कहते कलोनीअल गवर्नमेंट यानी कि ब्रिटिश गवर्नमेंट ने यह प्रोमिस किया कि इंडिया नूं आपां डोमीनियन स्टेटस प्रोवाइड करांगे आफ्टर दी वर्ल्ड वॉर 1। अगस्त डिक्लेरेशन च गल कही गई सी। क्या बाकी स्टेटमेंट ठीक है, तुसीं मैनूं दसना है। फर्स्ट, सैकेंड, बोथ 1 and 2, नाइदर 1 and 2, जल्दी दसो।
ਮੈਨੂੰ ਤੁਹਾਡੇ ਆਨਸਰ ਨਹੀਂ ਆਉਂਦੇ ਕਮੈਂਟ ਸੈਕਸ਼ਨ ਵਿੱਚ, ਠੀਕ ਹੈ। ਤੁਸੀਂ ਦੇਖਣ ਲਈ ਨਹੀਂ ਬਣਾਇਆ, ਮੈਂ ਤੁਹਾਨੂੰ ਕੋਈ ਮੂਵੀ ਨਹੀਂ ਦਿਖਾ ਰਿਹਾ, ਤੁਹਾਨੂੰ ਟੈਸਟ ਡਿਸਕਸ਼ਨ ਕਰ ਰਿਹਾ। ਜੇ ਮੈਂ ਤੁਹਾਨੂੰ ਇੰਨੀ ਚੀਜ਼ਾਂ ਸਮਝਾ ਰਿਹਾ ਤਾਂ ਤੁਹਾਡਾ ਵੀ ਮਤਲਬ ਇੱਕ ਤਰ੍ਹਾਂ ਦਾ ਡਿਊਟੀ ਬਣਦੀ ਹੈ ਕਿ ਤੁਸੀਂ ਕਮੈਂਟ ਸੈਕਸ਼ਨ ਵਿੱਚ ਆਪਣੇ ਆਨਸਰ ਦਿਓ। ਡਨ, ਓਕੇ। ਜੇ ਗਲਤ ਵੀ ਕਰ ਦੋਗੇ ਕੋਈ ਚੱਕਰ ਨਹੀਂ ਹੈ, ਮੈਂ ਐਗਜ਼ਾਮ ਨਹੀਂ ਗਲਤ ਹੋਣਾ ਚਾਹੀਦਾ। ਤੁਸੀਂ ਐਗਜ਼ਾਮ 'ਚ ਗਲਤ ਕਰਕੇ ਆਓਗੇ, ਮੇਰਾ ਕੀ ਜਾਏਗਾ, ਨੁਕਸਾਨ ਤੁਹਾਨੂੰ ਹੋਣਾ ਹੈ, ਸੀਟ ਤੁਹਾਡੇ ਹੱਥੋਂ ਚਲੀ ਜਾਏਗੀ। ਡਨ, ਸੀਟ ਨਹੀਂ ਜਾਣ ਦੇਣੀ। ਮੈਂ ਉਹਨਾਂ ਨੂੰ ਹਰੇਕ ਵਾਰ ਸਮਝਾਉਣਾ ਕਿ ਕਦੀ ਵੀ ਮਤਲਬ ਐਸੀ ਪੋਜੀਸ਼ਨ ਨੂੰ ਕਦੀ ਇਗਨੋਰ ਨਹੀਂ ਕਰੀਦਾ। ਤੁਸੀਂ ਸਮਝ ਨਹੀਂ ਰਹੇ, ਤੁਹਾਨੂੰ ਜਿਹੜੀ ਪੋਜੀਸ਼ਨ ਮਿਲਣ ਜਾ ਰਹੀ ਹੈ ਇਜ਼ ਮੋਸਟ ਇੰਪੋਰਟੈਂਟ। ਇਹਦਾ ਆਨਸਰ ਕੀ ਆ ਜਾਏਗਾ ਆਪਣਾ ਡੀ ਆਪਸ਼ਨ। ਦੋਨੋਂ ਹੀ ਸਟੇਟਮੈਂਟ ਗਲਤ ਨੇ। ਕਿਉਂ ਗਲਤ ਨੇ ਤੁਹਾਨੂੰ ਮੈਂ ਦੱਸ ਦਿੰਦਾ। ਦੇਖੋ, ਇਹ ਅਗਸਤ ਡੈਕਲੇਰੇਸ਼ਨ ਆਪਾਂ ਕਦੋਂ ਲੈ ਕੇ ਆਏ ਸੀ, ਯਾਦ ਹੋਣਾ ਚਾਹੀਦਾ ਹੈ, 20 ਅਗਸਤ 1917, ਠੀਕ ਹੈ। 20 ਅਗਸਤ 1917 ਕੌਣ ਲੈ ਕੇ ਆਇਆ ਸੀ, ਠੀਕ ਹੈ, ਮੋਂਟੈਗਿਊ, ਠੀਕ ਹੈ, ਐਡਵਿਨ, ਠੀਕ ਹੈ ਜੀ, ਇਹ ਲੈ ਕੇ ਆਏ ਸਨ, ਠੀਕ ਹੈ ਜੀ, ਓਕੇ। ਤੇ ਇਹ ਲੈ ਕੇ ਆਏ ਸਨ, ਇਹਨਾਂ ਨੇ ਇੰਡੀਅਨ ਪਾਰਲੀਮੈਂਟ 'ਚ ਨਹੀਂ ਮਤਲਬ ਲਿਆਉਂਦਾ ਸੀ, ਇਹਨਾਂ ਨੇ ਬ੍ਰਿਟਿਸ਼ ਪਾਰਲੀਮੈਂਟ 'ਚ ਲਿਆਉਂਦਾ ਸੀ, ਠੀਕ ਹੈ ਜੀ, ਬ੍ਰਿਟਿਸ਼ ਪਾਰਲੀਮੈਂਟ ਵਿੱਚ ਲਿਆਉਂਦਾ ਸੀ। ਤੁਸੀਂ ਧਿਆਨ ਵਿੱਚ ਰੱਖ ਸਕਦੇ ਹੋ, ਸਾਰੀ ਸਟੇਟਮੈਂਟ ਹੀ ਗਲਤ ਹੈ। ਡਨ, ਓਕੇ। ਉਸ ਤੋਂ ਇਲਾਵਾ ਜੇ ਮੈਂ ਦੇਖਾਂ, ਇਸ ਵਿੱਚ ਸਿਰਫ ਇਹ ਕਿਹਾ ਗਿਆ ਸੀ, ਇਹ ਐਸਾ ਕੋਈ ਡੋਮੀਨੀਅਨ ਸਟੇਟਸ ਦਾ ਨਾਮ ਦੀ ਕੋਈ ਗੱਲ ਨਹੀਂ ਹੋਈ ਸੀ। ਇਸ ਵਿੱਚ ਸਿਰਫ ਇੰਨਾ ਕਿਹਾ ਗਿਆ ਸੀ ਕਿ ਅਸੀਂ ਐਡਮਿਨਿਸਟ੍ਰੇਸ਼ਨ ਵਿੱਚ, ਠੀਕ ਹੈ, ਆਪਣੇ ਇੰਡੀਆ ਦੀ ਐਡਮਿਨਿਸਟ੍ਰੇਸ਼ਨ ਵਿੱਚ ਇੰਡੀਆ ਦੀ ਭਾਗੀਦਾਰੀ ਨੂੰ ਵਧਾਉਣ ਦੀ ਗੱਲ ਆਖੀ ਸੀ ਕਿ ਇੰਡੀਆ ਦੀ ਜਿਹੜੀ ਪਾਰਟਿਸਿਪੇਸ਼ਨ ਹੈ, ਠੀਕ ਹੈ, ਐਡਮਿਨਿਸਟ੍ਰੇਸ਼ਨ ਵਿੱਚ ਜਾਂ ਡਿਵੈਲਪਮੈਂਟ ਆਫ ਸੈਲਫ ਗਵਰਨਿੰਗ ਇੰਸਟੀਟਿਊਟ ਵਿੱਚ, ਉਸ ਵਿੱਚ ਇੰਡੀਆ ਵੱਧ ਚੜ੍ਹ ਕੇ ਹਿੱਸਾ ਲਏਗਾ। ਇੰਡੀਆ ਦੇ ਜਿਹੜੇ ਲੋਕ ਹਨ ਵੱਧ ਚੜ੍ਹ ਕੇ ਹਿੱਸਾ ਲੈਣਗੇ। ਇਸ ਦਾ ਜਿਹੜਾ ਮਤਲਬ ਡੈਕਲੇਰੇਸ਼ਨ ਵਿੱਚ ਕਿਹਾ ਗਿਆ ਸੀ। ਡਨ, ਓਕੇ। ਤਾਂ ਇਹ ਤੁਸੀਂ ਧਿਆਨ 'ਚ ਰੱਖ ਸਕਦੇ ਹੋ। ਤਾਂ ਇਸ ਦਾ ਆਨਸਰ ਕੀ ਆ ਜਾਏਗਾ ਆਪਣਾ, ਦੱਸੋ। ਇਹਦਾ ਆਨਸਰ ਕੀ ਆ ਜਾਏਗਾ ਡੀ ਆਪਸ਼ਨ। ਡਨ, ਓਕੇ। ਤੁਸੀਂ ਧਿਆਨ ਵਿੱਚ ਰੱਖ ਸਕਦੇ ਹੋ, ਠੀਕ ਹੈ ਜੀ, ਓਕੇ। ਚਲੋ, ਉਸ ਤੋਂ ਇਲਾਵਾ ਮੋਂਟੈਗਿਊ ਜਿਹੜਾ ਫਿਰ ਇੰਡੀਆ ਵਿਜ਼ਿਟ ਕਰਦਾ ਹੈ, ਫਿਰ ਉਹ ਬਹੁਤ ਸਾਰੇ ਰਿਪਰੈਜ਼ੈਂਟੇਟਿਵਸ ਨਾਲ ਮਿਲਦਾ, ਮਹਾਤਮਾ ਗਾਂਧੀ ਜੀ ਨਾਲ, ਮੁਹੰਮਦ ਅਲੀ ਜਿੰਨਾ ਜੀ ਨਾਲ, ਫਿਰ ਆਪਣੇ ਉਰੇ ਦੇ ਜਿਹੜੇ ਗਵਰਨਰ ਜਨਰਲ ਸੀ ਲੋਰਡ ਕੈਲਮਸਫੋਰਡ, ਹੈ ਨਾ, ਉਹ ਵੀ ਉਹਨਾਂ ਨਾਲ ਵੀ ਮਿਲਦਾ ਤੇ ਪੂਰੀ ਡਿਟੇਲ ਰਿਪੋਰਟ ਰੱਖਦਾ ਤੇ ਕਿਸ ਤਰ੍ਹਾਂ ਰਿਫਾਰਮ ਹੋ ਸਕਦੇ ਨੇ, ਜਿਹਨੂੰ ਆਪਾਂ ਮੋਂਟੈਗਿਊ ਕੈਲਮਸਫੋਰਡ ਰਿਪੋਰਟ ਦੇ ਨਾਮ ਨਾਲ ਜਾਣਦੇ ਹਾਂ, ਜੋ 8 ਜੁਲਾਈ 1918 'ਚ ਸਾਹਮਣੇ ਆਇਆ ਸੀ। ਉਹ ਬਾਅਦ ਵਿੱਚ ਰਿਪੋਰਟ ਸਾਹਮਣੇ ਆਈ ਸੀ, ਮਗਰ ਜਿਹੜਾ ਅਗਸਤ ਡੈਕਲੇਰੇਸ਼ਨ ਹੈ ਉਹ ਕੈਲਮਸਫੋਰਡ ਨਹੀਂ ਲੈ ਕੇ ਆਇਆ ਸੀ, ਵਾਇਸਰੋਏ ਨਹੀਂ ਲੈ ਕੇ ਆਇਆ ਸੀ। ਈਵਨ ਕਿ ਉਸ ਵਕਤ ਤੱਕ ਤਾਂ ਗਵਰਨਰ ਜਨਰਲ ਹੀ ਚੱਲ ਰਿਹਾ ਸੀ, ਤੁਸੀਂ ਧਿਆਨ ਵਿੱਚ ਰੱਖ ਸਕਦੇ ਹੋ, ਠੀਕ ਹੈ ਜੀ। ਫਿਰ ਤੁਹਾਨੂੰ ਪਤਾ ਹੈ ਕਿ ਜਦੋਂ ਮਤਲਬ ਕਿ ਜਦੋਂ ਕੈਲਮਸਫੋਰਡ ਦੀ ਰਿਪੋਰਟ ਆਉਂਦੀ ਹੈ, ਠੀਕ ਹੈ, ਉਸ ਆਧਾਰ 'ਤੇ ਜਿਵੇਂ ਕਿਹਾ ਗਿਆ ਹੁੰਦਾ, ਅਗਸਤ ਡੈਕਲੇਰੇਸ਼ਨ 'ਚ ਵੀ ਗੱਲ ਕੀਤੀ ਹੁੰਦੀ ਹੈ ਕਿ ਇੰਡੀਆ ਦਾ ਪਾਰਟਿਸਿਪੇਸ਼ਨ ਵਧਾਵਾਂਗੇ। ਡਨ, ਤਾਂ ਉਸ ਤੋਂ ਬਾਅਦ ਕੈਲਮਸਫੋਰਡ ਦੀ ਵੀ ਰਿਪੋਰਟ ਆਉਂਦੀ ਹੈ, ਡਨ, 1918 ਵਿੱਚ। ਉਸ ਤੋਂ ਬਾਅਦ ਤਾਂ 1919 ਦਾ ਐਕਟ ਹੁੰਦਾ, ਡਨ, 1919 ਦਾ ਐਕਟ ਹੀ ਖਤਰਨਾਕ ਐਕਟ ਹੁੰਦਾ, ਠੀਕ ਹੈ, ਜਿਸ ਨੂੰ ਆਪਾਂ ਮੋਂਟੈਗਿਊ ਕੈਲਮਸਫੋਰਡ ਨਾਮ ਦਾ ਨਾਲ ਜਾਣਦੇ ਹਾਂ, ਹੈ ਨਾ। ਤਾਂ ਇਸ ਵਿੱਚ ਧਿਆਨ ਵਿੱਚ ਰੱਖ ਸਕਦੇ ਹੋ। ਅਗਲਾ ਕੁਐਸਚਨ, ਅਗਲਾ ਆ ਗਿਆ ਵਰਨੈਕੂਲਰ ਪ੍ਰੈਸ ਐਕਟ। ਵਰਨੈਕੂਲਰ ਪ੍ਰੈਸ ਐਕਟ, ਹੁਣ ਇਸ ਨਾਲ ਰਿਲੇਟਡ ਇਨਕਰੈਕਟ ਸਟੇਟਮੈਂਟ ਦਾ ਦੱਸਣਾ ਹੈ, ਕਿਹੜੀ ਇਨਕਰੈਕਟ ਸਟੇਟਮੈਂਟ ਹੈ। ਕਹਿੰਦੇ ਵਰਨੈਕੂਲਰ ਪ੍ਰੈਸ ਐਕਟ ਕੌਣ ਲੈ ਕੇ ਆਇਆ ਸੀ, ਲਾਰਡ ਲਿਟਨ ਸਾਹਿਬ ਲੈ ਕੇ ਆਏ ਸਨ, ਜੋ ਵਾਇਸਰੋਏ ਸਨ ਉਸ ਟਾਈਮ ਦੇ ਇੰਡੀਆ ਦੇ। ਕਿਆ ਵਾਕਈ ਕਰੈਕਟ ਹੈ, ਇਨਕਰੈਕਟ ਹੈ। ਡਨ, ਇਸ ਵਿੱਚ ਕੀ ਕਿਹਾ ਗਿਆ ਸੀ, ਇੰਗਲਿਸ਼ ਲੈਂਗੁਏਜ ਨੂੰ ਐਕਸਕਲੂਡ ਕੀਤਾ ਗਿਆ ਸੀ, ਠੀਕ ਹੈ। ਇਹਦਾ ਐਕਟ ਐਕਸਕਲੂਡਡ ਦੀ ਇੰਗਲਿਸ਼ ਲੈਂਗੁਏਜ ਪਬਲੀਕੇਸ਼ਨ, ਯਾਨੀ ਕਿ ਵਰਨੈਕੂਲਰ ਪ੍ਰੈਸ ਐਕਟ ਜਿਹਨਾਂ ਮਤਲਬ ਪ੍ਰੈਸਿਸ ਉੱਪਰ ਪਾਬੰਦੀਆਂ ਲਗਾਉਣੀਆਂ ਸੀ ਲੈਂਗੁਏਜ ਨੂੰ, ਉਸ ਵਿੱਚ ਇੰਗਲਿਸ਼ ਲੈਂਗੁਏਜ ਨੂੰ ਐਕਸਕਲੂਡ ਕਰ ਦਿੱਤਾ ਗਿਆ ਸੀ। ਕਿਆ ਵਾਕਈ ਇਹ ਕਰੈਕਟ ਹੈ ਜਾਂ ਇਨਕਰੈਕਟ ਹੈ। ਉਸ ਤੋਂ ਇਲਾਵਾ ਇਸ ਐਕਟ ਨੂੰ ਬਾਅਦ ਵਿੱਚ ਲਿਟਨ ਦੇ ਸਕਸੈਸਰ ਯਾਨੀ ਕਿ ਲਾਰਡ ਰਿਪਨ ਨੇ ਇਸ ਐਕਟ ਨੂੰ ਰਿਪੀਲ ਕਰਤਾ, ਖਤਮ ਕਰਤਾ। ਕਿਆ ਵਾਕਈ ਸਟੇਟਮੈਂਟ ਕਰੈਕਟ ਹੈ ਜਾਂ ਇਨਕਰੈਕਟ ਹੈ। ਉਸ ਤੋਂ ਇਲਾਵਾ ਕਾਂਗਰਸ ਜਦੋਂ ਇਹ ਕਾਨੂੰਨ ਦੇਖਿਆ ਤਾਂ ਉਹਨਾਂ ਨੇ ਸਾਫ਼ ਕਿਹਾ ਕਿ ਇਹ ਤਾਂ ਫਰੀडम ਤੇ ਐਕਸਪ੍ਰੈਸ਼ਨ ਉੱਪਰ ਅਟੈਕ ਆ ਬਹੁਤ ਵੱਡਾ, ਜੋ ਇਹ ਬ੍ਰਿਟਿਸ਼ ਗਵਰਨਮੈਂਟ ਵੱਲੋਂ ਚਲਾਇਆ ਗਿਆ ਹੈ। ਕਿਆ ਵਾਕਈ ਗਵਰਨਮੈਂਟ ਨੇ ਇਹ ਚੀਜ਼ ਕਹੀ ਸੀ, ਸੌਰੀ ਕਾਂਗਰਸ ਨੇ ਇਹ ਚੀਜ਼ ਕਹੀ ਸੀ, ਇਹ ਤੁਸੀਂ ਮੈਨੂੰ ਦੱਸਣਾ, ਦੱਸੋ। ਇਹਦਾ ਆਨਸਰ ਕੀ ਆ ਜਾਏਗਾ ਆਪਣਾ, ਜੇ ਮੈਂ ਦੇਖਣਾ ਚਾਹਾਂ। ਦੇਖੋ, ਡੀ ਆਨਸਰ ਗਲਤ ਹੈ, ਠੀਕ ਹੈ ਜੀ। ਕਾਂਗਰਸ ਜਿਹੜੀ ਐਸਟੈਬਲਿਸ਼ ਹੋਈ ਹੈ, ਪਹਿਲੇ ਤਾਂ ਇਹ ਪਤਾ ਹੋਣਾ ਚਾਹੀਦਾ ਵਰਨੈਕੂਲਰ ਜਿਹੜਾ ਪ੍ਰੈਸ ਐਕਟ ਆਇਆ ਸੀ ਉਹ 1878 ਵਿੱਚ ਆਇਆ। ਡਨ, ਇਹ ਬਿੱਲ ਜਿਹੜਾ ਪਾਸ ਹੋਇਆ। ਕਾਂਗਰਸ ਜਿਹੜੀ ਆਈ ਹੈ ਉਹ 1885 ਚ ਆਈ ਹੈ। ਤਾਂ ਦੇਖੋ, ਉਰੇ ਨੋਰਮਲ ਜਿਹਾ ਕੁਐਸਚਨ ਹੈ, ਉਰੇ ਡੇਟਸ ਵੀ ਤੁਹਾਨੂੰ ਯਾਦ ਰੱਖਣੀ ਜ਼ਰੂਰੀ ਹੈ। ਡੇਟਸ ਵੀ ਨਹੀਂ, ਤੁਹਾਨੂੰ ਸਟੋਰੀ ਪਤਾ ਹੋਣੀ ਜ਼ਰੂਰੀ ਹੈ ਮਾਡਰਨ ਹਿਸਟਰੀ ਦੀ। ਤੁਸੀਂ ਸਮਝ ਹੋਗੇ 1878 1885 ਕਾਂਗਰਸ ਕਿੱਥੋਂ ਆ ਗਈ, ਪਹਿਲੇ ਕਿੱਥੋਂ ਪੈਦਾ ਹੋ ਗਈ ਕਾਂਗਰਸ। ਕਾਂਗਰਸ ਤਾਂ ਬਾਅਦ ਚ ਆਈ ਹੈ, ਫਿਊਚਰ ਦੇ ਟਾਈਮ ਆਈ ਹੈ। ਇਹ ਤਾਂ 1878 ਦੀ ਗੱਲ ਕਰ ਰਹੇ ਨੇ। ਡਨ, ਓਕੇ। ਤੋ ਦੂਜੀ ਗੱਲ, ਵਰਨੈਕੂਲਰ ਪ੍ਰੈਸ ਐਕਟ ਕਾਹਦੇ ਲਈ ਸੀ ਕਿ ਜਿਹੜੀ ਇੰਡੀਅਨ ਲੈਂਗੁਏਜ ਜਿਹੜੀ ਫਰੀडम ਹੈ ਉਸ ਦੇ ਉੱਪਰ ਮਤਲਬ ਪਾਬੰਦੀ ਲਗਾਉਣ ਦਾ ਸੀ। ਬਿਲਕੁਲ ਠੀਕ ਹੈ ਕਿ ਇੰਗਲਿਸ਼ ਲੈਂਗੁਏਜ ਨੂੰ ਉਹਨਾਂ ਨੇ ਐਕਸਕਲੂਡ ਕੀਤਾ ਸੀ। ਡਨ, ਲੈ ਕੇ ਕੌਣ ਆਇਆ ਸੀ, ਲਾਰਡ ਲਿਟਨ ਸਾਹਿਬ ਲੈ ਕੇ ਆਏ ਸੀ। ਬਾਅਦ ਵਿੱਚ ਇਹਨੂੰ ਲਾਰਡ ਰਿਪਨ ਸਾਹਿਬ ਨੇ ਇਹਨਾਂ ਨੂੰ ਰਿਪੀਲ ਕਰ ਦਿੱਤਾ। ਡਨ, ਓਕੇ। ਇਸ ਧਿਆਨ ਵਿੱਚ ਰੱਖ ਸਕਦੇ ਹੋ। ਡਨ, ਇਸ ਵਿੱਚ ਇਹ ਸੀ ਕਿ ਜਿਹੜੀ ਵਰਨੈਕੂਲਰ ਲੈਂਗੁਏਜਸ ਹੈ ਉਹਨਾਂ ਨੂੰ ਮਤਲਬ ਉਹਨਾਂ ਦੀ ਪ੍ਰਿੰਟਿੰਗ ਹੋਣ ਤੋਂ ਰੋਕਿਆ ਜਾ ਸਕੇ। ਡਨ, ਓਕੇ। ਕਿਉਂਕਿ ਉਹ ਕਿਤੇ ਨਾ ਕਿਤੇ ਬ੍ਰਿਟਿਸ਼ ਗਵਰਨਮੈਂਟ ਦੇ ਖਿਲਾਫ ਲਿਖ ਰਹੇ ਸਨ, ਤਾਂ ਇਸ ਚੀਜ਼ ਨੂੰ ਰੋਕਣ ਲਈ ਇਹ ਕੰਮ ਕੀਤਾ ਗਿਆ ਸੀ। ਡਨ,
ओके मगर बाद ਵਿੱਚ ਅਸੀਂ ਇਹ ਦੇਖਿਆ ਗਿਆ ਸਾਡੇ ਇੰਡੀਅਨ ਸਾਡੇ ਮਤਲਬ ਫਰੀडम ਜਿਹੜੇ ਪਰਸਨੈਲਿਟੀ ਸੀ ਫਰੀडम ਸਟਰਗਲ ਦੀ ਪਰਸਨੈਲਿਟੀ ਸੀ ਉਹਨਾਂ ਨੇ ਬਾਅਦ ਵਿੱਚ ਜਿਹੜੇ ਨਿਊਜ਼ਪੇਪਰ ਆ ਉਹ ਇੰਗਲਿਸ਼ 'ਚ ਛਾਪਣੇ ਵੀ ਸਟਾਰਟ ਕਰ ਦਿੱਤੇ ਸੀ ਡਨ ਫਿਰ ਹੁਣ ਸੋਚ ਰਹੀ ਸੀ ਬ੍ਰਿਟਿਸ਼ ਗਵਰਨਮੈਂਟ ਕਿੱਥੇ ਜਾਈਏ ਆਪਾਂ ਡਨ ਇਸ ਵਿੱਚ ਧਿਆਨ ਵਿੱਚ ਰੱਖ ਸਕਦੇ ਹੋ ਠੀਕ ਹੈ ਜੀ ਚਲੋ ਡਨ ਓਕੇ ਜਿਵੇਂ ਅੰਮ੍ਰਿਤ ਮੈਨੂੰ ਨਾਮ ਨਹੀਂ ਯਾਦ ਆ ਰਿਹਾ ਅੰਮ੍ਰਿਤ ਬਾਜ਼ਾਰ ਪੱਤਰਿਕਾ ਉਹ ਜਿਹੜੀ ਸੀ ਉਹ ਵਰਨੈਕੂਲਰ ਵਿੱਚ ਮਤਲਬ ਪ੍ਰਿੰਟਿੰਗ ਹੁੰਦੀ ਸੀ ਉਹਦੀ ਇੱਕ ਜਿਹੜੀ ਲੈਂਗੁਏਜ ਜਿਹੜੀ ਸੀ ਉਹ ਇੰਡੀਅਨ ਲੈਂਗੁਏਜ ਵਿੱਚ ਉਹਦੀ ਪ੍ਰਿੰਟਿੰਗ ਹੁੰਦੀ ਸੀ ਮगर ਜਦੋਂ ਐਕਟ ਆਇਆ ਉਸ ਤੋਂ ਬਾਅਦ ਉਹਨਾਂ ਨੇ ਇੰਡੀਆ ਤੋਂ ਇਲਾਵਾ ਇੰਗਲਿਸ਼ ਵਿੱਚ ਉਹਨਾਂ ਨੇ ਇੰਗਲਿਸ਼ ਲੈਂਗੁਏਜ ਵਿੱਚ ਉਹਨੂੰ ਪ੍ਰਿੰਟ ਕਰਨਾ ਸਟਾਰਟ ਕਰ ਦਿੱਤਾ ਗਿਆ ਡਨ ਇਹ ਤੁਸੀਂ ਧਿਆਨ 'ਚ ਰੱਖ ਸਕਦੇ ਹੋ ਡਨ ਓਕੇ ਪਹਿਲੇ ਉਹ ਬੰਗਾਲੀ ਲੈਂਗੁਏਜ ਸੀ ਆਈ ਥਿੰਕ ਹੈ ਨਾ ਚਲੋ ਦੇਖੋ ਇਹ ਰਿਪੀਟ ਅੱਗੇ ਦੇਖੋ ਆਪਣਾ ਅਗਲਾ ਕੁਐਸਚਨ ਹੈਗਾ ਨੈਸ਼ਨਲ ਇਨਵੈਸਟਮੈਂਟ ਇਨਫਰਾਸਟ੍ਰਕਚਰ ਫੰਡ ਡਨ ਕਹਿੰਦੇ ਇਹ ਐਸਾ ਫੰਡ ਹੈ ਪਹਿਲਾ ਸੋਵਰਨ ਵੈਲਥ ਫੰਡ ਆਫ ਇੰਡੀਆ ਹੈ ਪਹਿਲੀ ਸਟੇਟਮੈਂਟ ਇਹ ਕਹਿ ਰਿਹਾ ਦੂਜਾ ਕਹਿ ਰਿਹਾ ਗਵਰਨਮੈਂਟ ਇਸ ਵਿੱਚ 90% ਇਨਵੈਸਟ ਕਰਦੀ ਹੈ ਬਾਕੀ ਜਿਹੜਾ ਮਤਲਬ ਰੈਸਟ ਜਿਹੜਾ ਫੰਡਿੰਗ ਹੈ ਉਹ ਆਉਂਦੀ ਹੈ ਠੀਕ ਹੈ ਸੋਵਰਨ ਵੈਲਥ ਫੰਡਸ ਤੋਂ ਸਾਡਾ ਜਿਹੜਾ ਪੈਸਾ ਜਿਹੜਾ ਉਹ ਆਉਂਦਾ ਹੈ ਇੰਡੀਆ ਸਿਰਫ 90% ਜਿਹੜਾ ਇਸ ਵਿੱਚ ਇਨਵੈਸਟ ਕਰਦਾ ਹੈ ਨੈਸ਼ਨਲ ਇਨਵੈਸਟਮੈਂਟ ਇਨਫਰਾਸਟ੍ਰਕਚਰ ਫੰਡ ਵਿੱਚ ਕਿਆ ਬਾਕੀ ਸਟੇਟਮੈਂਟ ਠੀਕ ਹੈ ਤੀਜਾ ਕਹਿੰਦੇ ਤੇ ਇਹ ਜਿਹੜਾ ਫੰਡ ਹੈ ਇਹ ਰਜਿਸਟਰਡ ਹੈ ਸੈਬੀ ਸਿਕਿਉਰਿਟੀ ਐਕਸਚੇਂਜ ਬੋਰਡ ਆਫ ਇੰਡੀਆ ਨਾਲ ਇਹ ਰਜਿਸਟਰਡ ਹੈ ਅੰਡਰ ਰੈਗੂਲੇਸ਼ਨ 2012 ਦੇ ਕੈਟਾਗਰੀ ਸੈਕੰਡ ਵਿੱਚ ਕਿਆ ਬਾਕੀ ਸਟੇਟਮੈਂਟ ਠੀਕ ਹੈ ਤੁਸੀਂ ਮੈਨੂੰ ਦੱਸਣਾ ਇਹਨਾਂ ਚੋਂ ਕਿਹੜੀ ਸਟੇਟਮੈਂਟ ਠੀਕ ਹੈ ਜੇ ਤੁਹਾਨੂੰ NIIF ਬਾਰੇ ਪੜ੍ਹਿਆ ਧਿਆਨ ਨਾਲ ਤਾਂ ਤੁਹਾਨੂੰ ਪਤਾ ਲੱਗ ਜਾਏਗਾ ਕਿ ਇਸ ਚੋਂ ਕਿਹੜੀ ਸਟੇਟਮੈਂਟ ਸਹੀ ਹੋ ਸਕਦੀ ਹੈ ਤੁਸੀਂ ਮੈਨੂੰ ਦੱਸਣਾ ਦੇਖੋ ਇਹ ਚੋਂ ਜਿਹੜੀ ਸਟੇਟਮੈਂਟ ਹੈ ਨਾ ਉਹ ਸਿਰਫ ਜਿਹੜੀ ਹੈ ਇਹ ਸਹੀ ਹੈ ਠੀਕ ਹੈ ਇੱਕ ਫਰਸਟ ਸੋਵਰਨ ਵੈਲਥ ਆਫ ਫੰਡ ਆਫ ਇੰਡੀਆ ਡਨ ਜੋ ਪਹਿਲੀ ਵਾਰੀ ਜਿਹੜਾ ਲੈ ਕੇ ਆਈ ਸੀ ਡਨ ਓਕੇ ਤੁਸੀਂ ਧਿਆਨ 'ਚ ਰੱਖਣਾ 10 ਮਿੰਟ ਮੈਂ ਗਲਤ ਤਾਂ ਨਹੀਂ ਬੋਲ ਰਿਹਾ the national infrastructure fund just a minute नहीं मैं गलत बोल रहा ये ऑप्शन नहीं आएगा पहला स्टेटमेंट बिल्कुल ठीक है सेकंड नहीं ठीक है 90% इंडिया इन्वेस्ट नहीं करता ये गलत है डन इस विच 49% इन्वेस्टमेंट है ठीक है 90% नहीं है 49 तो ये सैकेंड गलत ये आंसर आ जाएगा सी देखो मैं आप इस आंसर लभे मैं सिर्फ फर्स्ट पता सी आंसर ठीक है तो सैकेंड में मैं लगे 90% नहीं हो सकता देखो मेरा उरे आपे आप आंसर आ गया डन ओके इंडियन गवर्नमेंट जी इन्वेस्ट करती है इस फंड में 49% करती है बाकी जो पैसा आता है वह थर्ड पार्टी तो आता है जिमें कि फंड्स तो इंश्योरेंस तो पेंशन फंड्स तो ध्यान में रख सकते हो जो नैशनल इन्वेस्टमेंट इंफ्रास्ट्रक्चर फंड है ये गवर्नमेंट ऑफ इंडिया वालों क्रिएट किया गया है ये इस तरीके क्रिएट किया गया इस सैबी वालों रेगूलेशनस होंगी डन ताकि इस किया जा सके इस फंड के थ्रू की किया जा सके जोड़े साढ़े लॉन्ग टर्म प्रोजैक्ट्स हैं जोड़े लॉन्ग टर्म प्रोजैक्ट्स है जिवें हाईवे बनना है बड़ा कुछ होना है तो उस पैसे की दिक्कत ना आए क्योंकि बैंकिंग जाइए ना लोन लैन तो उस पैसे की दिक्कत आ जाती है लॉन्ग टर्म फंडिंग लिए बैंकिंग अच्छी सुविधा नहीं है उसके लिए अलग फंड इसी करके बनाया ताकि लॉन्ग टर्म फंडिंग पैसे की कोई दिक्कत ना आए डन ओके इस थ्रू आप मतलब फंडिंग क्रिएट कर सकते हैं गवर्नमेंट का पैसा तो आएगा ही 49% बाकी जो पैसा आए वो अलग अलग अथॉरिटीज़ तो आ सकता है डन ओके ताकि असी कैपिटल क्रिएट कर सकीए ताकि असी इंफ्रास्ट्रक्चर बना सकीए डन ओके इस ध्यान में रखा जा सकता है चलो अगला क्वेश्चन है ग्लोबल हंगर इंडैक्स बारे डन कहते ये जो ग्लोबल हंगर इंडैक्स है UNDP इसनों पब्लिश करता है क्या बाकी स्टेटमेंट ठीक है तुसीं मैनूं दसना दसो मैनूं दूजा कहते इसके 4 इंडीकेटर्स देखने मिलते हैं जिन वन ऑफ द इंडीकेटर है चाइल्ड स्टंटिंग दूजा है चाइल्ड मोर्टैलिटी क्या बाकी स्टेटमेंट ठीक है उस तो इलावा कहते जो इंडैक्स 2022 है उस इंडिया का उन्होंने कहा गया इंडिया की रिपोर्ट में हाईलाइट किया है इंडिया एक बहुत सीरीयस कंडीशन में है हंगर को लैके इंडिया बहुत सीरीयस कंडीशन में है क्या बाकी स्टेटमेंट ठीक है तुसीं मैनूं दसना इस कि स्टेटमेंट करैक्ट है फर्स्ट सैकेंड थर्ड फर्स्ट सैकेंड थर्ड इसका आंसर आ जाएगा आई थिंक इसका आंसर होना चाहिए उरे ना ऑप्शन गलत है उरे तुसीं कल्ला सैकेंड ऑन निकाल लो इसका आंसर आ जाएगा बी डन हाँ ये 4 इंडीकेटर चो वन ऑफ द इंडीकेटर चाइल्ड स्टंटिंग बारे भी दसदा है चाइल्ड मोर्टैलिटी बारे भी दसदा है क्योंकि आप हंगर बारे गल कर रहे हैं तो हंगर को लैके न्यूट्रिशन भी बड़ा बड़ा रोल प्ले करता है डन न्यूट्रिशन की कमी चाइल्ड स्टंटिंग करना चाइल्ड मोर्टैलिटी भी देखने को मिलती है ना ਤਾਂ ਤੁਸੀਂ ਧਿਆਨ 'ਚ ਰੱਖ ਸਕਦੇ ਹੋ ਜਿਹੜਾ ਗਲੋਬਲ ਹੰਗਰ ਇੰਡੈਕਸ ਹੈ ਉਹ UNDP ਵੱਲੋਂ ਨਹੀਂ ਰਿਲੀਜ਼ ਕੀਤਾ ਜਾਂਦਾ ਹੈ ਧਿਆਨ 'ਚ ਰੱਖਣਾ ਹੈ UNDP ਵੱਲੋਂ ਨਹੀਂ ਰਿਲੀਜ਼ ਕੀਤਾ ਜਾਂਦਾ ਇਹ ਰਿਲੀਜ਼ ਕੀਤਾ ਜਾਂਦਾ ਕੰਸਰਨ ਵਰਲਡ ਵਾਈਡ ਐਂਡ ਵੈਲਥ ਹੰਗਰ ਲਾਈਫ ਇਹ ਜਿਹੜੀ ਆਰਗੇਨਾਈਜੇਸ਼ਨ ਹੈ ਉਹਦੇ ਵੱਲੋਂ
मतलब निकाल के सामने लिया जाता है। तुसीं ध्यान विच रख सकते हो। ये 4 इंਡੀਕੇਟਰਸ देखने को मिलते हैं। 2 इंਡੀਕੇਟਰਸ तो मैं दस चुका, जिस विच एनालाइज करते हैं, फिर वो स्टेट वाइज देखते हैं किस विच चाइल्ड स्टंटिंग ज़्यादा है, चाइल्ड मोर्टैलिटी देखने को मिलती है। डन। उस तो इलावा एक हैगी चाइल्ड वेस्टिंग, ठीक है। उस तो इलावा अंडर नरिशमेंट की कमी होनी। डन। ओके जी, तो ध्यान विच रख सकते हो। डन। ओके, सो इस ध्यान च रखना। इंडिया की परफॉर्मेंस बड़ी बेकार सी, जे मैं देखा 2019 की रैंकिंग भी देखूंगा 94 की रैंकिंग सी, तो इंडिया हंगर को लैके अज भी बहुत ज़्यादा क्रिटिकल कंडीशन में है। उस तो इलावा अगे देखो क्वेश्चन सरफेसी एक्ट, किहड़ा एक्ट? सरफेसी एक्ट 2002 का, ये ध्यान नाल पढ़ना है। डन। इकनॉमिक्स नाल रिलेटेड है। तो पहला कहते ये जिहड़ा एक्ट है ये अलाउ करता सी बैंक्स नूं ते अदर फाइनैंशियल ऑर्गेनाइजेशन नूं कि वो जिहड़े वो बैड लोन सी कि पैसा वापस नहीं आया उसकी रिकवरी कर सकन। ठीक है, उसकी रिकवरी करने लई आपां ने एक सरफेसी एक्ट लिआउंदा। क्या वाकई स्टेटमेंट ठीक है? दूजा कहते इस दे थ्रू ही, इस एक्ट के थ्रू ही आपां फर्स्ट ARC कंपनी स्टैबलिश की सी, एसेट रीकंस्ट्रक्शन कंपनी, जो इन्हां बैड लोन दे विच मतलब रिकवर करने में मेन भूमिका निभाएगी। क्या वाकई स्टेटमेंट ठीक है? उस तो इलावा कहते एसेट रीकंस्ट्रक्शन कंपनी को रेगूलेट करने लई आपां ने सेबी दा नूं जिम्मा सौंपिया कि सेबी एसेट रिकंस्ट्रक्शन कंपनी नूं मतलब रेगूलेट करेगी। क्या बाकी स्टेटमेंट ठीक है? तुसीं मैनूं दसना है फर्स्ट सैकेंड थर्ड, फर्स्ट थर्ड, फर्स्ट सैकेंड थर्ड। इसका आंसर आ जाएगा अपना ए ऑप्शन। ठीक है, पहले 2 स्टेटमेंट बिल्कुल ठीक है। इनू रेगूलेट करने का काम सेबी नहीं करता, इनू रेगूलेट करने का काम RBI करता। बैंकिंग की गल है, सेबी कित्थों आ गया? स्टॉक नाल रिलेटेड कोई चीज़ नहीं है। ठीक है, लोन्स की गल चल रही है अपनी, लोन च सेबी का कोई काम नहीं है, RBI का काम होंदा है। डन। ओके, सरफेसी की फुल फॉर्म की है, कोई दस सकता मैनूं? दी सिक्योरिटाइजेशन डन एंड रिकंस्ट्रक्शन डन ऑफ फाइनेंशियल एसेट्स एंड इन्फोर्समेंट ऑफ सिक्योरिटी इंटरेस्ट एक्ट 2002। ठीक है जी, इवें द सिक्योरिटाइजेशन एंड रिकंस्ट्रक्शन ऑफ फाइनेंशियल एसेट्स एंड इन्फोर्समेंट ऑफ सिक्योरिटी इंटरेस्ट एक्ट 2002 लिख लो। डन। ओके, जो देखना बैंकिंग अलाउ कर रहे हैं कि जेडे NPA उन्होंने खड़े हैं डन अलग अलग पोजीशन में, तो उन्होंने रिकवरी चाहता है, तो फिर बैंक को अलाउ हो जाता है कि जेडे डिफॉल्टर केस हैं उन्होंने एसेट, उन्होंने जेडे परसनल एसेट है उन्होंने हथ पाया जा सके। डन। ओके, तो उसके लिए ये जो एक्ट है ये अलाउ करता है बैंक को। डन। ओके, ध्यान च रख सकते हो। उसके लिए एक ARC कंपनी बनी हुई है जिसनों RBI चलाती है, जो इसलिए मेन भूमिका निभाती है। उस तो इलावा अगे देखो अगला अपना है मिशनस बारे। जल जीवन मिशन कहते एक सेंट्रल स्कीम है जिसका काम है कि जो वाटर वेस्टेज हो रहा है उन्हें रिड्यूस किया जा सके एग्रीकल्चर में। क्या वाकई जल जीवन मिशन अपने कल एग्रीकल्चर ही लिया सी? तुसीं मैनूं दस सकते हो। दूसरा कहते इस स्कीम की जी फंडिंग है वो 50-50% है। क्या वाकई सेंटर तो स्टेट में 50-50% वंडिया हुआ है? इस मिशन के थ्रू जो पैसा जाएगा वो सेंटर तो स्टेट का 50-50% जाएगा। क्या वाकई स्टेटमेंट ठीक है? तुसीं मैनूं दसना, दसो। देखो इसका आंसर आ जाएगा बी ऑप्शन। केड़ा आ जाएगा? बी ऑप्शन। ठीक है जी, इचो जी बिल्कुल टू स्टेटमेंट बिल्कुल ठीक है। इस ये किया गया सी जल जीवन मिशन द्वारा कि असी पाइप वाटर जोड़ा है और 2024 तक पहुँचाना है। ये सारा टारगेट है कि पाइप्ड वाटर हरेक रूरल हाउस होल्ड तक पहुँचना चाहिए, क्योंकि तुहानूं पता ना पिंडां विच तां हले भी असी रूरल हाउस होल्ड पानी की कमी है, तो रूरल हाउस होल्ड विच सारिਆਂ कोल पाइप के थ्रू पानी पहुँच जाए। ਇਹਦੇ ਲਈ मतलब ये ਜਿਹੜਾ मिशन लिया गया 2019 च मिशन आया ਸੀ, ਤੁਹਾਨੂੰ पता होना चाहिए 2024 का ये मिशन तय किया गया कि इसनों पूरा करना है। डन। ओके, तो फंडिंग जी स्टेट्स है वो 50-50% ही है। जो आप गल कर दें नॉर्थ स्टेट से उदों 90-10 हो जाता है कि 10% फंडिंग नॉर्थ स्टेट की आएगी, 90% जी है वो सेंट्रल गौरमेंट की आएगी। डन। ओके, जे कोई UT होएगी तो 100% पैसा जोड़ा इस वालों आएगा, सेंट्रल गौरमेंट वालों आएगा। डन। ओके,
ਜਲ ਜੀਵਨ ਮਿਸ਼ਨ ਵਿੱਚ ਇਹ ਕਿਹਾ ਗਿਆ ਸੀ ਕਿ ਇੱਕ ਲੋਕਲ ਇਨਫਰਾਸਟ੍ਰਕਚਰ ਤੈਅ ਕਰਾਂਗੇ ਕਿ ਜਿਹੜੀ ਰੇਨ ਵਾਟਰ ਹਾਰਵੈਸਟਿੰਗ ਲਈ ਇਨਫਰਾਸਟ੍ਰਕਚਰ ਦੀ ਲੋੜ ਪੈਂਦੀ ਹੈ, ਪਾਣੀ ਨੂੰ ਬਚਾਇਆ ਜਾ ਸਕੇ, ਗਰਾਊਂਡ ਵਾਟਰ ਨੂੰ ਕਿਸ ਤਰ੍ਹਾਂ ਰਿਚਾਰਜ ਕਰਨਾ ਉਹਦੇ ਲਈ ਇਨਫਰਾਸਟ੍ਰਕਚਰ ਦੀ ਲੋੜ ਹੈ, ਜਲ ਜੀਵਨ ਮਿਸ਼ਨ ਦੁਆਰਾ ਇਹ ਕੀਤਾ ਜਾਏਗਾ। ਦੈਨ ਵੇਸਟ ਵਾਟਰ ਨੂੰ ਕਿਸ ਤਰ੍ਹਾਂ ਮੈਨੇਜ ਕਰਾਂਗੇ ਆਪਾਂ, ਉਸ ਦੇ ਲਈ ਕੰਮ ਕਰਨਾ ਆਪਾਂ ਨੇ, ਤੇ ਕਿਸ ਤਰ੍ਹਾਂ ਪਾਣੀ ਨੂੰ ਆਪਾਂ ਨੇ ਐਗਰੀਕਲਚਰ 'ਚ ਦੁਆਰਾ ਯੂਜ਼ ਕਰਨਾ ਹੈ ਉਸ ਦੇ ਲਈ ਕੰਮ ਕਰਾਂਗੇ। ਦੈਨ ਉਸ ਤੋਂ ਇਲਾਵਾ ਹੋਰ ਵੀ ਕਾਫੀ ਐਫਰਟਸ, ਜਿਵੇਂ ਆਪਾਂ ਇਰੀਗੇਸ਼ਨ ਟੈਂਕਸ ਜਿਹੜੇ ਆਪਾਂ ਗੱਲ ਕਰੀਏ, ਠੀਕ ਹੈ, ਉਸ ਤੋਂ ਇਲਾਵਾ ਗ੍ਰੇ ਵਾਟਰ ਦਾ ਦੁਆਰਾ ਐਗਰੀਕਲਚਰ ਵਿੱਚ ਯੂਜ਼ ਕਰਨਾ। ਦੈਨ ਉਸ ਤੋਂ ਇਲਾਵਾ ਜੇ ਮੈਂ ਦੇਖਾਂ ਹੋਰ ਜਿਹੜੀਆਂ ਸਕੀਮਸ ਹੈ ਸੈਂਟਰਲ ਤੇ ਸਟੇਟ ਦੀਆਂ ਪਾਣੀ ਨੂੰ ਲੈ ਕੇ, ਉਸ ਨੂੰ ਇਸ ਮਿਸ਼ਨ ਦੇ ਥਰੂ ਪੂਰਾ ਇੰਪਲੀਮੈਂਟ ਕਰਾਉਣਾ, ਉਹ ਵੀ ਇਸ ਦੇ ਵਿੱਚ ਮੇਨ ਭੂਮਿਕਾ ਨਿਭਾਉਂਦਾ ਹੈ। ਅਗਲਾ ਕੁਐਸਚਨ, ਅਗਲਾ ਹੈਗਾ ਪਾਰਟੀਕੂਲਰਲੀ ਵਨਰੇਬਲ ਟ੍ਰਾਈਬਲ ਗਰੁੱਪਸ ਬਾਰੇ। ਡਨ, ਓਕੇ, ਇਹ ਆਪਾਂ ਟ੍ਰਾਈਬਲ ਗਰੁੱਪਸ ਦੀ ਗੱਲ ਕਰ ਰਹੇ ਹਾਂ। ਪਹਿਲੇ ਤਾਂ ਸਟੇਟਮੈਂਟ ਇਹ ਕਹਿ ਰਹੀ ਹੈ ਕਿ ਸਾਡੇ ਉਰੇ ਪਾਰਟੀਕੂਲਰਲੀ ਵਨਰੇਬਲ ਟ੍ਰਾਈਬਲ ਜਿਹੜੇ ਗਰੁੱਪਸ ਆ ਉਹ 75 ਨੇ ਓਫੀਸ਼ੀਅਲੀ ਨੋਟੀਫਾਈਡ ਨੇ। ਕਿਆ ਬਾਕੀ ਸਟੇਟਮੈਂਟ ਠੀਕ ਹੈ? ਉਸ ਤੋਂ ਇਲਾਵਾ ਕਹਿੰਦੇ ਜਰਵਨ, ਜਰਵਾਸ, ਓਜਸ, ਸ਼ੌਂਪਸ ਐਂਡ ਨੌਰਥ ਜਿਹੜੇ ਆਪਣੇ ਸੈਂਟਰਲੀਸ ਜਿਹੜੇ ਨੇ, ਇਹ ਮਤਲਬ ਪਾਰਟੀਕੂਲਰ ਵਨਰੇਬਲ ਗਰੁੱਪ ਨੇ ਜਿਹੜੇ ਨੇ ਉਹ ਅੰਡੇਮਾਨ 'ਚ ਰਹਿੰਦੇ ਨੇ। ਇਹ ਜਿਹੜੇ ਟ੍ਰਾਈਬਲ ਗਰੁੱਪਸ ਨੇ ਇਹ ਸਾਨੂੰ ਅੰਡੇਮਾਨ 'ਚ ਦੇਖਣ ਨੂੰ ਮਿਲਦੇ ਨੇ। ਕਿਆ ਬਾਕੀ ਸਟੇਟਮੈਂਟ ਠੀਕ ਹੈ? ਦੂਜਾ ਕਹਿੰਦੇ ਇਸ ਦਾ ਸਭ ਤੋਂ ਵੱਡਾ ਮਤਲਬ ਡਿਸਐਡਵਾਂਟੇਜ ਇਸ ਸਟੇਟਮੈਂਟ 'ਚ ਦੱਸਣਾ ਚਾਹ ਰਹੇ ਨੇ ਕਿ ਇਹਦਾ ਪੂਅਰ ਇਨਫਰਾਸਟ੍ਰਕਚਰ ਤੇ ਜਿਹੜੀ ਐਡਮਿਨਿਸਟ੍ਰੇਸ਼ਨ ਸਪੋਰਟ ਬਹੁਤ ਘੱਟ ਦੇਖਣ ਨੂੰ ਮਿਲਦੀ ਹੈ ਇਹਨਾਂ ਲੋਕੈਲਿਟੀਜ਼ ਵਿੱਚ। ਕਿਆ ਬਾਕੀ ਸਟੇਟਮੈਂਟ ਠੀਕ ਹੈ? ਉਸ ਤੋਂ ਇਲਾਵਾ ਕਹਿੰਦੇ ਜਿਹੜਾ ਅਸੁਰ ਹੈ, ਅਸੁਰ ਉਹ ਵਨ ਆਫ ਦੀ 9 ਪਾਰਟੀਕੂਲਰ ਵਨਰੇਬਲ ਟ੍ਰਾਈਬਲ ਗਰੁੱਪਸ ਹੈ ਜੋ ਉੜੀਸਾ ਵਿੱਚ ਪਾਈ ਜਾਂਦੀ ਹੈ। ਉੜੀਸਾ ਵਿੱਚ 9 ਸਾਨੂੰ ਗਰੁੱਪਸ ਦੇਖਣ ਨੂੰ ਮਿਲਦੇ ਨੇ, ਉਸ ਵਿੱਚੋਂ ਵਨ ਆਫ ਦੀ ਜਿਹੜੀ ਟ੍ਰਾਈਬਲ ਗਰੁੱਪ ਹੈ ਉਹ ਹੈ ਅਸੁਰ। ਕਿਆ ਬਾਕੀ ਸਟੇਟਮੈਂਟ ਠੀਕ ਹੈ? ਤੁਸੀਂ ਮੈਨੂੰ ਦੱਸਣਾ ਹੈ ਵਿੱਚੋਂ ਕਿਹੜੀ ਸਟੇਟਮੈਂਟ ਤੁਹਾਨੂੰ ਠੀਕ ਲੱਗ ਰਹੀ ਹੈ। ਡਨ, ਇਸ ਦਾ ਮਤਲਬ ਜੇ ਤੁਹਾਨੂੰ ਨਹੀਂ ਪਤਾ, ਤੁਹਾਨੂੰ ਇਹ 75 ਦੇ 75 ਤੁਹਾਨੂੰ ਪਾਰਟੀਕੂਲਰਲੀ ਵਨਰੇਬਲ ਗਰੁੱਪ ਬਾਰੇ ਪਤਾ ਹੋਣਾ ਚਾਹੀਦਾ। ਇਹ ਟ੍ਰਾਈਬਲ ਗਰੁੱਪਸ ਨੇ ਜੋ ਮਤਲਬ ਐਕਸਟ੍ਰੀਮ ਪੋਜੀਸ਼ਨ ਵਿੱਚ ਨੇ, ਜਿਨ੍ਹਾਂ ਤੇ ਕੋਈ ਚੀਜ਼ ਨਹੀਂ ਪਹੁੰਚੀ ਹੈ ਤਾਂ ਬਹੁਤ ਘੱਟ ਪਹੁੰਚੀ ਹੈ ਸਰਕਾਰ ਵੱਲੋਂ, ਠੀਕ ਹੈ। तो उन्होंने डेवलपमेंट लिए काम करते हैं तो उसके लिए नोटिफाइड किया गया तो किहड़े ग्रुप्स ने उन्होंने सरकारां काम करन उसके लिए नोटिफिकेशन जारी होंदी है। दसो मैनू देखो इसका आंसर आ जाएगा अपना, जे मैं कहा इसका आंसर आ जाएगा फर्स्ट स्टेटमेंट भी ठीक है, सैकेंड भी ठीक है, थर्ड भी ठीक है। फोर्थ जी है ना असुर उड़ीसा का नहीं है, झारखंड की, ठीक है जी। ओके, अपने इंडिया की ट्राइबल पॉपुलेशन कितनी है जे मैं देखा 8.6% है टोटल पॉपुलेशन। डन, ओके, उस ट्राइबल पॉपुलेशन में कुछ ऐसे ग्रुप्स ने जो बहुत ज़्यादा वनरेबल स्थिति में ने, ठीक है, जिन्हों को कोई इंफ्रास्ट्रक्चर नहीं पूछा, जिन्हों की डेवलपमेंट नहीं हुई, जिन्हों की मतलब एक पुअर मतलब स्थिति देखने को मिलती है। डन, ओके, तो उस ये पर्टिकुलर वनरेबल ग्रुप जोड़ा है इसका एक टर्म कितों निकल के आया, एक कमीशन बिठाया गया सी, देभार कमीशन, ठीक है, देभार कमीशन बिठाया गया सी। डन, आई थिंक 1980 के टाइम है, 1973 के टाइम आई थिंक सो। डन, उस वक्त ये बिठाया गया जिस मतलब ये कहा गया सी कि कुछ ग्रुप्स होने चाहिए। सब तो पहला टर्म उत्थों निकल के आया सी, फिर हौली हौली इस मतलब टाइम टू टाइम इस डेवलपमेंट होती रही तो पूरा नाम इन्होंने दिता गया, पार्टिकुलरली वनरेबल ट्राइबल ग्रुप्स का नाम दिता गया। डन, हौली हौली इस नवे ग्रुप्स जो ऐड ऑन होंगे जिन्होंने जिथे डेवलपमेंट नहीं हुई। सब तो ज़्यादा जो ग्रुप्स ने उड़ीसा में पाए जाते हैं, उड़ीसा सब तो ज़्यादा सानू ट्राइबल ग्रुप्स जोड़े ने इस अधीन 75 विचों सब तो ज़्यादा जो ग्रुप्स ने उड़ीसा में पाए जाते हैं। तुसीं ध्यान में रख सकते हो। इन्हों की जी लोकैलिटी है बहुत ही ज़्यादा चैलेंजिंग है। डन, ओके, इन्हों को इंफ्रास्ट्रक्चर नहीं है, एडमिनिस्ट्रेशन सपोर्ट नहीं है, मोस्ट वनरेबल सोसाइटी देखने को मिलती है इन्हों की। डन, ओके, तुसीं ध्यान में रख सकते हो। उस अलावा लास्ट क्वेश्चन देखो तो मैं कराया होया ओपैक बारे मैं कल ही समझाया सी परसों आई थिंक, तो अज ओपैक प्लस बारे पूछ रहे हैं। हूँ इन्होंने फॉलोइंग कंट्री दसने ਜਿਹੜੇ ओपैक्स प्लस ਨੂੰ फॉलो मतलब बिलोंग करते हैं। दसो मैनू ਕਿਹੜੇ हो सकते हैं, तो स्टेटमेंट तुसीं आपे करैक्ट लगानी है, आंसर देना मैनू कमेंट सैक्शन में। सो ये तुहाडा अज दा होमवर्क है। सो थैंक यू वेरी मच, टेक केयर।